ਸਾਰੇ ਵੱਡੇ ਭਾਗਾਂ ਵਾਲੇ ਹਾਂ। ਸੁਭਾਗਾ ਸਮਾਂ ਸਤਿਗੁਰਾਂ ਦੇ ਪਾਵਨ ਦਰਬਾਰ, ਗੁਰਬਾਣੀ ਦੇ ਨਿਤਨੇਮ ਕਥਾ ਕੀਰਤਨ ਨਾਲ ਜੁੜਨ ਦਾ ਪ੍ਰਾਪਤ ਹੋ ਰਿਹਾ। ਆਓ ਸਰਬੱਤ ਸੰਗਤਾਂ ਸਰਬ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਬੜੇ ਅਦਬ ਨਾਲ ਸਤਿਕਾਰ ਨਾਲ ਸਤਿਗੁਰਾਂ ਨੂੰ ਸੀਸ ਝੁਕਾ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਗੁਰਤਾ ਗੱਦੀ ਉੱਪਰ ਸੁਭਾਏਮਾਨ 10 ਪਾਤਸ਼ਾਹੀਆਂ ਦੀ ਆਤਮਕ ਜੋਤ, ਸਰਕਾਰੇ ਕੁਲ ਆਲਮ ਹਜ਼ੂਰੇ ਅਨਵਰ ਪਾਤਸ਼ਾਹ, ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਹੋ ਰਹੀ ਹੈ। ਸਾਨੂੰ ਆਪਣੇ ਮਨੁੱਖਾ ਜਨਮ ਦਾ ਸਮਾਂ ਤੇ ਸਵਾਸ ਸਫਲੇ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ। ਅੰਮ੍ਰਿਤ ਵੇਲੇ ਤੋਂ ਸਤਿਗੁਰ ਪ੍ਰਕਾਸ਼ਮਾਨ ਹੋ ਕੇ ਆਪਣੇ ਦਰਬਾਰ ਵਿੱਚ ਦਰਸ਼ਨ ਦਿਦਾਰੇ ਬਖਸ਼ ਰਹੇ ਹਨ। ਅੰਮ੍ਰਿਤ ਵੇਲੇ ਤੋਂ ਵਾਹਿਗੁਰੂ ਮੰਤਰ ਦੇ ਜਾਪ, ਗੁਰਬਾਣੀ ਦੇ ਨਿਤਨੇਮ, ਗੁਰੂ ਕੇ ਹਜ਼ੂਰੀਏ ਕੀਰਤਨੀਏ ਸਿੰਘ ਸਾਹਿਬਾਨਾਂ ਦੀ ਰਸਨਾ ਤੋਂ ਆਪ ਜੀ ਨੇ ਸ੍ਰੀ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰ ਰਹਿਮਤ ਕਰ ਰਹੇ ਆ। ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਚੱਲ ਰਹੀ ਧੁਰ ਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰਨ ਦਾ ਸਾਨੂੰ ਸੁਨਹਿਰੀ ਸਮਾਂ ਪ੍ਰਾਪਤ ਹੋ ਰਿਹਾ ਹੈ। ਜਿਸ ਪਾਵਨ ਬਾਣੀ ਦੀ ਕਥਾ ਵਿਚਾਰ ਅੱਜ ਸਰਵਣ ਕਰਨ ਜਾ ਰਹੇ ਹਾਂ, ਜੁੜਨ ਜਾ ਰਹੇ ਹਾਂ, ਜਿਸ ਪਾਵਨ ਸ਼ਬਦ ਦੇ ਨਾਲ ਉਸ ਪਾਵਨ ਸ਼ਬਦ ਦਾ ਜਾਪ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਉਹਨਾਂ ਦੀ ਰਸਨਾ ਤੋਂ ਪਾਠ ਸਰਵਣ ਕੀਤਾ। ਆਓ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੈ, ਬਖਸ਼ਿਸ਼ ਹੈ ਕਿ ਸਾਨੂੰ ਮਨੁੱਖਾ ਜਨਮ ਦੀ ਪ੍ਰਾਪਤੀ ਹੋਈ ਹੈ। ਜਿਹੜਾ ਦੁਰਲੱਭਾ ਜਨਮ ਹੈ, ਕਬੀਰ ਮਾਨਸ ਜਨਮ ਦੁਲੰਭ ਹੈ, ਦੁਰਲੱਭਾ ਜਨਮ ਹੈ। 84 ਲੱਖ ਜੋਨਾਂ ਦੀ ਸਰਦਾਰ ਦੇਹੀ ਹੈ। ਸਤਿਗੁਰਾਂ ਦੇ ਬਚਨ ਹਨ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਅਬਰ ਜੋਨ ਤੇਰੀ ਪਨਿਹਾਰੀ। ਉਹ ਮਨੁੱਖਾ ਜਨਮ ਜੋ 84 ਲੱਖ ਜੂਨਾਂ ਦਾ ਸਰਦਾਰ ਹੈ, ਸਾਨੂੰ ਪ੍ਰਾਪਤ ਹੋਇਆ ਤੇ ਉਸ ਵਾਹਿਗੁਰੂ ਦੇ ਹੁਕਮ ਵਿੱਚ, ਉਹਦੇ ਭਾਣੇ ਦੇ ਅੰਦਰ ਇਹ ਸਾਨੂੰ ਪ੍ਰਾਪਤ ਹੋਇਆ। ਖਿਆਲ ਕਰਿਓ ਗੁਰਮੁਖ ਪਿਆਰਿਓ, ਜਿਹੜਾ ਹੁਕਮ ਵਿੱਚ ਭਾਣੇ ਵਿੱਚ ਪ੍ਰਾਪਤ ਹੋਇਆ, ਜੇ ਹੁਕਮ ਤੇ ਭਾਣੇ ਦੇ ਅੰਦਰ ਬਤੀਤ ਕਰਾਂਗੇ ਤਾਂ ਫਿਰ ਇਹ ਸਫਲਾ ਵੀ ਹੋਵੇਗਾ, ਫਿਰ ਇਹ ਮਨੁੱਖਾ ਜਨਮ ਦੀ ਸਫਲਤਾ ਵੀ ਹੋਵੇਗੀ। 84 ਦੀ ਭਟਕਣਾ ਵੀ ਖਤਮ ਹੋ ਜਾਵੇਗੀ, ਜੰਮਣ ਮਰਨ ਦਾ ਚੱਕਰ ਮੁੱਕ ਜਾਵੇਗਾ ਤੇ ਜੀਵ ਆਤਮਾ ਪਰਮਾਤਮਾ 'ਚ ਲੀਨ ਹੋ ਜਾਵੇਗੀ। ਜੇ ਅਸੀਂ ਸੰਸਾਰ ਤੇ ਆਪਣੇ ਮਨ ਅਨੁਸਾਰ, ਆਪਣੇ ਹੁਕਮ, ਆਪਣੇ ਭਾਣੇ ਅਨੁਸਾਰ, ਆਪਣੀ ਮਨ ਮਰਜ਼ੀ ਅਨੁਸਾਰ ਜੀਵਨ ਦਾ ਯਤਨ ਕਰਾਂਗੇ ਤਾਂ ਜੀਵਨ ਦੀ ਸਫਲਤਾ ਪ੍ਰਾਪਤ ਨਹੀਂ ਹੋ। ਅੱਜ ਬਦਕਿਸਮਤੀ ਹੈ ਕਿ ਅਸੀਂ ਆਪਣੇ ਭਾਣੇ, ਆਪਣੇ ਹੁਕਮ, ਆਪਣੇ ਮਨ ਮਰਜ਼ੀ ਵਿੱਚ ਸੰਸਾਰ ਤੇ ਜਿਉਣਾ ਚਾਹੁੰਦੇ। ਖਿਆਲ ਕਰਿਓ ਗੁਰਮੁਖੋ, ਆਏ ਉਹਦੇ ਹੁਕਮ ਵਿੱਚ ਆ, ਜਾਣਾ ਉਹਦੇ ਹੁਕਮ ਵਿੱਚ ਤੇ ਰਹਿਣਾ ਆਪਣੇ ਹੁਕਮ ਅਨੁਸਾਰ ਚਾਹੁੰਦੇ। ਆਏ ਉਹਦੇ ਹੁਕਮ 'ਚ, ਚਲੇ ਵੀ ਉਹਦੇ ਹੁਕਮ 'ਚ ਜਾਣਾ, ਕਿਉਂਕਿ ਮਰਨ ਲਿਖਾਏ ਮੰਡਲ ਮੈਂ ਆਏ। ਆਏ ਵੀ ਉਹਦੇ ਹੁਕਮ ਵਿੱਚ, ਜਾ ਤੇ ਸੁਭਾਣਾ ਤਾਂ ਜੰਮੇ ਆ। ਇਹ ਵੱਖਰੀ ਗੱਲ ਹੈ ਕਿ ਅੱਜ ਉਹਦੇ ਹੁਕਮ ਨੂੰ, ਭਾਣੇ ਨੂੰ ਅਸੀਂ ਦੁਖਦਾਈ ਰੂਪ ਵਿੱਚ ਵੇਖਣਾ ਸ਼ੁਰੂ ਕਰਤਾ। ਰੱਬ ਨਾ ਕਰੇ ਪਰ ਸੰਸਾਰ ਦੀ ਮਿਤ ਮਰਿਆਦਾ, ਜਦੋਂ ਕੋਈ ਚੜ੍ਹਾਈ ਕਰਦਾ ਤੇ ਕੋਈ ਪੁੱਛੇ ਕੀ ਹੋਇਆ, ਭਾਣਾ ਵਾਪਰ ਗਿਆ। ਅਸੀਂ ਕਹਿੰਦੇ ਭਾਣਾ ਵਾਪਰ ਗਿਆ। ਜਦੋਂ ਕੋਈ ਚਲੇ ਜਾਂਦਾ, ਜਦੋਂ ਕੋਈ ਵਿਛੜਦਾ ਤੇ ਅਸੀਂ ਕਹਿੰਦੇ ਭਾਣਾ ਵਾਪਰਿਆ। ਜਦੋਂ ਕੋਈ ਜਨਮ ਲੈਂਦਾ ਕਦੇ ਨਹੀਂ ਕਹਿੰਦੇ ਭਾਣਾ ਵਾਪਰਿਆ।
ਕਦੇ ਨਹੀਂ ਕਹਿੰਦੇ ਉਹਦੇ ਹੁਕਮ ਦੇ ਵਿੱਚ ਆਇਆ ਸੰਸਾਰ ਤੇ, ਜਦੋਂ ਕਿ ਪ੍ਰਤੱਖ ਲਿਖਿਆ ਗੁਰਬਾਣੀ ਦੇ ਅੰਦਰ। ਸ੍ਰੀ ਆਨੰਦ ਸਾਹਿਬ ਦਾ ਸੰਪੂਰਨ ਜਾਪ ਕਰੀਏ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਤੀਜੇ ਗੁਰੂ ਨਾਨਕ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੈ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਇਹ ਪਾਵਨ ਬਚਨ ਅਸੀਂ ਸੁਣਦੇ, ਜਾ ਤਿਸ ਭਾਣਾ ਤਾਂ ਜੰਮਿਆ, ਪ੍ਰਤੱਖ ਲਿਖਿਆ। ਪਰ ਕਦੇ ਨਹੀਂ ਜਦੋਂ ਕੋਈ ਬੱਚਾ ਜਨਮ ਲਵੇ, ਕਈ ਦਾ ਨਹੀਂ ਹੈ ਕਿ ਭਾਣਾ ਵਰਤਿਆ, ਹੁਕਮ ਵਰਤਿਆ। ਉਦੋਂ ਭਾਣਾ ਨਹੀਂ ਚੇਤੇ ਆਉਂਦਾ, ਉਦੋਂ ਹੁਕਮ ਨਹੀਂ ਚੇਤੇ ਆਉਂਦਾ। ਸੁੱਖ ਦੇ ਵਿੱਚ ਉਹਦਾ ਭਾਣਾ ਹੁਕਮ ਵਿਸਰ ਜਾਂਦਾ, ਤੇ ਜਦੋਂ ਦੁਖਦਾਈ ਸਮਾਂ ਕੋਈ ਵਿਛੋੜਾ ਹੁੰਦਾ, ਕਹਿੰਦੇ ਭਾਣਾ ਵਾਪਰ ਗਿਆ, ਹੁਕਮ ਵਾਪਰ ਗਿਆ। ਜਦੋਂ ਕਿ ਉਹਦੇ ਆਏ ਹੁਕਮ ਵਿੱਚ, ਮੈਂ ਬੇਨਤੀ ਕਰ ਰਿਹਾ ਸੀ, ਆਏ ਉਹਦੇ ਹੁਕਮ ਵਿੱਚ, ਜਾਣਾ ਉਹਦੇ ਹੁਕਮ ਵਿੱਚ ਹੈ, ਪਰ ਦੁਖਦਾਈ ਗੱਲ ਰਹਿਣਾ ਆਪਣੇ ਹੁਕਮ ਵਿੱਚ ਚਾਹੁੰਦੇ ਆ। ਇੱਥੇ ਆ ਕੇ ਗਲਤੀ ਹੋ ਜਾਂਦੀ ਹੈ। ਜੇ ਉਹਦੇ ਹੁਕਮ ਵਿੱਚ ਆਏ ਆ, ਹੁਕਮ ਵਿੱਚ ਜਾਣਾ, ਤੇ ਜੇ ਰਹਿਣਾ ਉਹਦੇ ਹੁਕਮ ਵਿੱਚ ਸਿੱਖ ਲਈਏ, ਤੇ ਫਿਰ ਜੀਵਨ ਦੀ ਸਫਲਤਾ। ਧੁਰ ਕੀ ਬਾਣੀ ਸਾਨੂੰ ਹੁਕਮ ਵਿੱਚ ਰਹਿਣਾ ਸਿਖਾਉਂਦੀ, ਸਤਿਗੁਰੂ ਦੀ ਬਾਣੀ ਹੁਕਮ ਵਿੱਚ ਰਹਿਣਾ ਸਿਖਾਉਂਦੀ ਹੈ। ਸਤਿਗੁਰਾਂ ਦਾ ਜੀਵਨ ਇਤਿਹਾਸ ਹੁਕਮ ਵਿੱਚ ਰਹਿਣਾ ਸਿਖਾਉਂਦਾ। ਖਿਆਲ ਕਰਨਾ ਗੁਰਮੁਖ ਪਿਆਰਿਓ, ਆ ਜਿਹੜਾ ਸਮਾਂ ਸਤਿਕਾਰਯੋਗ ਸਿੰਘ ਸਾਹਿਬ ਜੀ ਦੀ ਰਚਨਾ ਤੋਂ ਵੀ ਸਰਵਣ ਕੀਤਾ ਤੁਸੀਂ, ਇਹ ਸ਼ਹੀਦੀ ਪੰਧੜਵਾੜਾ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ, ਸਿੰਘਾਂ ਦੀਆਂ ਸ਼ਹਾਦਤਾਂ, ਗੁਰੂ ਦੇ ਉਹਨਾਂ ਪਿਆਰਿਆਂ ਦੀਆਂ ਸ਼ਹਾਦਤਾਂ ਜਿਨ੍ਹਾਂ ਨੇ ਸਿਰਾਂ ਦੀ ਭੇਟਾ ਦੇ ਕੇ ਅੰਮ੍ਰਿਤ ਦੀ ਦਾਤ ਲਈ, ਤੇ 5 ਪਿਆਰਿਆਂ ਚੋਂ 3 ਪਿਆਰਿਆਂ ਦੀਆਂ ਸ਼ਹਾਦਤਾਂ, ਚਮਕੌਰ ਦੀ ਗੜੀ, ਸਰਹੰਦ ਦਾ ਸਾਕਾ, ਉਹ ਹੁਕਮ ਵਿੱਚ, ਭਾਣੇ ਵਿੱਚ ਗੁਰਮੁਖ ਪਿਆਰਿਓ। ਔਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਸ਼ਮੇਸ਼ ਪਿਤਾ, ਚਮਕੌਰ ਦੀ ਗੜੀ, ਚਮਕੌਰ ਦੀ ਗੜੀ ਤੋਂ ਮਾਛੀਵਾੜੇ ਤੱਕ ਦਾ ਸਫ਼ਰ, ਨਾ ਚਰਨਾਂ 'ਚ ਮਖਮਲੀ ਜੋੜਾ, ਨਾ ਹੇਠਾਂ ਨੀਲਾ ਘੋੜਾ, ਨਾ ਹੱਥ ਤੇ ਬਾਜ, ਨਾ ਸਿਰ ਤੇ ਤਾਜ, ਗੁਲਾਬੇ ਪੰਜਾਬੇ ਦਾ ਖੂਹ, ਪੋਹ ਮਾਘ ਦੀਆਂ ਰਾਤਾਂ, ਸਰਦੀ ਦਾ ਮੌਸਮ, ਗਰਮ ਬਸਤਰ ਕੋਲ ਕੋਈ ਨਹੀਂ, ਦਰਿਆ ਦਾ ਕੰਢਾ, ਤੇ ਫਿਰ ਵੀ ਉਹਦੇ ਹੁਕਮ ਦੇ ਅੰਦਰ ਪੰਥ ਵਸੇ, ਮੈਂ ਉਜੜਾ ਮਨ ਚਾਓ ਕਨੇਰਾ। ਫਿਰ ਵੀ ਉਹਦੇ ਹੁਕਮ ਵਿੱਚ, ਉਹਦੀ ਰਜ਼ਾ ਦੇ ਅੰਦਰ, ਉਹਦੇ ਹੁਕਮ ਦੇ ਅੰਦਰ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ, ਗੱਜ ਕੇ ਆਖੋ ਸਤਿਨਾਮ। ਉਹਦੇ ਹੁਕਮ ਦੇ ਅੰਦਰ ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ, ਹੁਕਮ ਦੇ ਅੰਦਰ ਰਹਿਣਾ, ਭਾਣੇ ਦੇ ਅੰਦਰ, ਤੇ ਹੁਕਮ ਦੇ ਅੰਦਰ, ਭਾਣੇ ਦੇ ਅੰਦਰ, ਤਾਂ ਜੋ ਗੁਰਮਤਿ ਨੂੰ, ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਾਂ। ਗੁਰਮੁਖ ਪਿਆਰਿਓ, ਧੁਰ ਕੀ ਬਾਣੀ, ਹੁਕਮੈ ਅੰਦਰ ਸਭ ਕੋ ਬਾਹਰ, ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁੱਝੈ, ਤਾਂ ਹਉਮੈ ਕਹਿ ਨਾ ਕੋਈ। ਖਿਆਲ ਕਰਿਓ, ਇੰਨੀ ਕੁ ਬੇਨਤੀ ਮਨ 'ਚ ਵਸਾ ਲਿਓ ਕਿ ਆਏ ਉਹਦੇ ਹੁਕਮ ਵਿੱਚ, ਜਾਣਾ ਉਹਦੇ ਹੁਕਮ ਵਿੱਚ ਹੈ, ਤੇ ਜੇ ਰਹਿਣਾ ਉਹਦੇ ਹੁਕਮ ਦੇ ਵਿੱਚ ਸਿੱਖ ਲਈਏ, ਤੇ ਜੀਵਨ ਦੀ ਸਫਲਤਾ। ਜੇ ਸਾਨੂੰ ਉਹਦੇ ਹੁਕਮ ਵਿੱਚ ਰਹਿਣਾ ਨਾ ਆਇਆ, ਤਾਂ ਫਿਰ ਜੀਵਨ ਦੀ ਸਫਲਤਾ ਨਹੀਂ, ਫਿਰ ਆਤਮਾ ਪਰਮਾਤਮਾ ਦਾ ਮੇਲ ਨਹੀਂ ਹੋਣਾ, ਫਿਰ 84 ਦਾ ਚੱਕਰ ਨਹੀਂ ਮੁੱਕਣਾ, ਫਿਰ ਜੀਵਨ ਦੀ ਸਫਲਤਾ ਨਹੀਂ। ਜਦੋਂ ਮਨ ਮਰਜ਼ੀ ਨਾਲ ਜਿਉਣਾ ਚਾਹਾਂਗੇ, ਤਾਂ ਫਿਰ ਗੁਰਮੁਖ ਨਹੀਂ ਬਣ ਸਕਦੇ, ਫਿਰ ਮਨਮੁਖ ਅਖਵਾਵਾਂਗੇ, ਫਿਰ ਮਨਮੁਖ, ਮਨ ਦੀ ਮਰਜ਼ੀ ਨਾਲ। ਜੇ ਨਿਮਰਤਾ ਦੇ ਨਾਲ ਮਨ ਨੀਵਾਂ ਕਰਕੇ ਹਰ ਜੀਉ ਨਿਮਾਣਿਆ, ਤੂੰ ਮਨ ਨਿਮਰਤਾ ਦੇ ਨਾਲ ਆਪਣੀਆਂ ਚਤਰਾਈਆਂ ਨੂੰ, ਸਿਆਣਪਾਂ ਨੂੰ ਛੱਡ ਕੇ, ਮਨ ਮਾਨੀਆਂ ਨੂੰ ਛੱਡ ਕੇ, ਨਿਮਰਤਾ, ਨਿਰਮਾਨਤਾ ਨਾਲ ਮਨ ਨੀਵਾਂ ਕਰਕੇ ਗੁਰੂ ਨੂੰ ਸਮਰਪਿਤ ਹੋ ਕੇ ਸੰਸਾਰ ਤੇ ਜਿਉਣਾ ਸਿੱਖ ਲੈ। ਫਿਰ ਗੁਰਸਿੱਖਾਂ ਦਾ ਮਨ ਨੀਵਾਂ, ਮੱਤ ਉੱਚੀ। ਜਦੋਂ ਮਨ ਨੀਵਾਂ ਹੋਵੇ, ਮੱਤ ਉੱਚੀ ਹੋ ਜਾਂਦੀ ਹੈ। ਜਦੋਂ ਮਨ ਉੱਚਾ ਹੋਵੇ, ਮੱਤ ਨੀਵੀਂ ਹੋ ਜਾਂਦੀ ਹੈ।
ਤੇ ਗੁਰਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਫਿਰ ਮਤ ਪਤ ਕਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਬਣ ਜਾਂਦਾ। ਫਿਰ ਮਤ ਦਾ ਤੇ ਪਤ ਦਾ ਰਾਖਾ ਉਹ ਪਰਮਾਤਮਾ ਅਕਾਲ ਪੁਰਖ ਆਪ ਬਣ ਜਾਂਦਾ। ਉਹਦੇ ਹੁਕਮ ਦੇ ਅੰਦਰ ਗੁਰਮੁਖ ਪਿਆਰਿਓ ਭਾਣੇ ਅੰਦਰ ਆਏ, ਉਹਦੇ ਹੁਕਮ ਵਿੱਚ ਜਾਣਾ, ਉਹਦੇ ਹੁਕਮ ਵਿੱਚ ਰਹਿਣਾ, ਉਹਦੇ ਹੁਕਮ ਵਿੱਚ ਆ ਗਿਆ ਤੇ ਫਿਰ ਜੀਵਨ ਦੀ ਸਫਲਤਾ। ਸਤਿਗੁਰਾਂ ਨੇ ਸਾਨੂੰ ਇਹੀ ਸਿਖਾਇਆ, ਹੁਕਮ ਵਿੱਚ ਰਹਿਣਾ ਸਿਖਾਇਆ, ਤਤੀਆਂ ਤਵੀਆਂ ਤੇ ਬੈਠ ਕੇ ਹੁਕਮ ਵਿੱਚ ਰਹਿਣਾ ਸਿਖਾਇਆ। ਦਿੱਲੀ ਦੇ ਚਾਂਦਨੀ ਚੌਂਕ 'ਚ ਸੀਸ ਦਾ ਬਲੀਦਾਨ ਦੇ ਕੇ ਹੁਕਮ ਵਿੱਚ ਰਹਿਣਾ, ਨਾਲੇ ਇਤਿਹਾਸ ਸਿਰਜਿਆ, ਨਾਲੇ ਹੁਕਮ ਵਿੱਚ ਰਹਿਣਾ। ਸਰਬ ਕਲਾ ਸਮਰੱਥ ਸਤਿਗੁਰ ਨੰਗੇ ਚਰਨੀ ਮਾਛੀਵਾੜੇ ਦੇ ਜੰਗਲਾਂ 'ਚ ਤੇ ਗੁਰਮੁਖ ਪਿਆਰਿਓ ਹੁਕਮ ਵਿੱਚ ਰਹਿਣਾ ਸਿਖਾਇਆ। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸਤਿਗੁਰਾਂ ਨੂੰ ਗੁਰਮੁਖ ਪਿਆਰਿਓ ਨਤਮਸਤਕ ਹੋਈਏ। ਸਤਿਗੁਰ ਦੇ ਪਿਆਰਿਆਂ ਨੂੰ, ਸਾਹਿਬਜ਼ਾਦਿਆਂ ਨੂੰ, ਕੁਰਬਾਨੀਆਂ ਕਰਨ ਵਾਲਿਆਂ ਨੂੰ ਆ ਲਗਾਤਾਰ ਆਪ ਜੀ ਨੇ ਕਈ ਦਿਨ ਉਹਨਾਂ ਦੇ ਬਾਬਤ ਸਰਵਣ ਕਰਨਾ। ਪੰਥ ਪ੍ਰਸਿੱਧ ਵਿਦਵਾਨਾਂ ਦੇ ਪਾਸੋਂ, ਗੁਰਮੁਖਾਂ ਪਿਆਰਿਆਂ ਦੇ ਪਾਸੋਂ, ਤੇ ਦਾਸ ਵੀ ਇੰਨੀ ਕੁ ਹਾਜ਼ਰੀ ਆਪ ਸੰਗਤਾਂ ਦੇ ਚਰਨਾਂ 'ਚ ਲਾਵੇ ਤੇ ਉਹਨਾਂ ਮਹਾਨ ਸ਼ਹੀਦਾਂ ਨੂੰ ਸਿਜਦਾ ਕਰੇ। ਉਹਨਾਂ ਦੀਆਂ ਸ਼ਹਾਦਤਾਂ, ਜਿਨ੍ਹਾਂ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹਾਦਤਾਂ ਦਿੱਤੀਆਂ, ਕੁਰਬਾਨੀ ਉਹਨਾਂ ਦੀ ਵੀ ਘੱਟ ਨਹੀਂ, ਹੁਕਮ ਵਿੱਚ ਰਹੇ। ਤੇ ਜਿਨ੍ਹਾਂ ਨੇ ਬਾਅਦ ਵਿੱਚ ਗੁਰਮੁਖ ਪਿਆਰਿਓ ਉਸ ਸਮੇਂ, ਇਹੋ ਜਿਹੇ ਔਖੇ ਸਮੇਂ ਦੇ ਅੰਦਰ, ਧਨ ਮੋਤੀ ਜਨ ਪੁੰਨ ਕਮਾਇਆ, ਲਾਲਾਂ ਤਾਈਂ ਦੁੱਧ ਪਿਆਇਆ। ਜਿਸ ਬਾਬਾ ਮੋਤੀ ਰਾਮ ਮਹਿਣੇ ਨੇ ਉਸ ਸਮੇਂ ਆਪਣਾ ਸਾਰਾ ਕੁਝ ਕੁਰਬਾਨ ਕਰਕੇ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ ਦੁੱਧ ਛਕਾਉਣਾ ਕੀਤਾ, ਕੁਰਬਾਨੀ ਕਿਤੇ ਘੱਟ ਨਹੀਂ। ਤੇ ਬਾਅਦ ਵਿੱਚ ਸਾਰਾ ਘਣ ਬੱਚਾ ਪੀੜ ਦੇਣਾ, ਕੋਲੂ ਪੀੜ ਦੇਣਾ, ਸਾਰਾ ਪਰਿਵਾਰ ਬਾਬਾ ਮੋਤੀ ਰਾਮ ਮਹਿਰੇ ਦਾ। ਤੇ ਖਿਆਲ ਕਰਿਓ, ਸਾਰੇ ਜ਼ਿੰਦਗੀ ਦੀ ਜੀਵਨ ਦੀ ਪੂੰਜੀ ਇਕੱਠੀ ਕਰਕੇ ਤੇ ਸਾਹਿਬਜ਼ਾਦਿਆਂ ਮਾਤਾ ਜੀ ਦੇ ਅੰਤਮ ਸੰਸਕਾਰ ਲਈ ਜਗ੍ਹਾ ਖਰੀਦਣ ਵਾਸਤੇ ਸੋਨੇ ਦੀਆਂ ਮੋਹਰਾਂ ਵਸਾ ਦੇਣੀਆਂ। ਉਹ ਦੀਵਾਨ ਟੋਡਰ ਮੱਲ ਦੀ ਕੁਰਬਾਨੀ ਕਿਤੇ ਘੱਟ ਨਹੀਂ। ਦੇਖੋ, ਗੁਰੂ ਨਾਲ ਪਿਆਰ, ਗੁਰੂ ਤੇ ਸ਼ਰਧਾ, ਹੁਕਮ ਵਿੱਚ ਰਹਿਣਾ, ਉਸ ਵਾਹਿਗੁਰੂ ਦੀ ਕਿਰਪਾ ਦੇ ਸਦਕਾ ਗੁਰੂ ਦੇ ਪਿਆਰ ਵਿੱਚ ਸੋਨੇ ਦੀਆਂ ਮੋਹਰਾਂ ਵਸਾ ਕੇ ਉਹ ਜਗ੍ਹਾ ਨੂੰ ਖਰੀਦਣਾ। ਤਾਂ ਹੀ ਅਕਸਰ ਅੱਜ ਅਸੀਂ ਵਚਨ ਸੁਣਦੇ ਹਾਂ, ਕਦੇ ਕਦੇ ਪੜ੍ਹਦੇ ਵੀ ਹਾਂ, ਸੋਸ਼ਲ ਮੀਡੀਆ 'ਤੇ ਚੰਗੀਆਂ ਗੱਲਾਂ ਵੀ ਕਦੇ ਮਿਲ ਜਾਂਦੀਆਂ ਨੇ। ਵੈਸੇ ਤਾਂ ਜੋ ਸਾਰਾ ਵਰਤਾਰਾ ਅੱਜ ਦੇ ਸਮੇਂ 'ਚ ਵਰਤਦਾ, ਆਪਾਂ ਨੂੰ ਪਤਾ ਹੈ ਕਿ ਕੋਈ ਵੀ ਸੁੱਖ ਸਹੂਲਤ ਜੇਕਰ ਕੋਈ ਟੈਕਨੀਕਲ ਯੁੱਗ ਦੇ ਅੰਦਰ ਆਉਂਦੀ ਆ, ਉਹਦੀ ਸਦਵਰਤੋਂ ਘੱਟ ਤੇ ਦੁਰਵਰਤੋਂ ਘੱਟ ਹੁੰਦੀ ਹੈ। ਦੁਰਵਰਤੋਂ ਵੱਧ ਹੁੰਦੀ ਹੈ, ਸਦਵਰਤੋਂ ਘੱਟ ਹੁੰਦੀ ਹੈ। ਦੁਰਵਰਤੋਂ ਵੱਧ, ਮਾੜੀਆਂ ਚੀਜ਼ਾਂ ਜ਼ਿਆਦਾ ਸਾਹਮਣੇ ਆਉਂਦੀਆਂ ਨੇ, ਚੰਗੀਆਂ ਘੱਟ। ਪਰ ਕਦੇ ਕਦੇ ਸੋਸ਼ਲ ਮੀਡੀਆ ਅਸੀਂ ਪੜ੍ਹਦੇ ਹਾਂ ਕਿ ਦੁਨੀਆ ਤੋਂ ਸਭ ਤੋਂ ਮਹਿੰਗੀ ਜਗ੍ਹਾ, ਜੇ ਕੋਈ ਪੁੱਛਦਾ ਹੈ ਕਿ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਕਿੱਥੇ ਹੈ, ਨਾ ਅਮਰੀਕਾ 'ਚ, ਨਾ ਕੈਨੇਡਾ, ਨਾ ਯੂਰਪ ਕੰਟਰੀ, ਨਾ ਫੋਰਨ ਕੰਟਰੀ, ਕਿੱਥੇ ਹੈ? ਉਹ ਸਾਡੇ ਪੰਜਾਬ ਦੀ ਧਰਤੀ, ਉਹ ਫਤਿਹਗੜ੍ਹ ਸਾਹਿਬ ਸਰਹੰਦ ਦੀ ਧਰਤੀ ਤੇ ਜੋਤੀ ਸਰੂਪ, ਜਿੱਥੇ ਗੁਰਮੁਖ ਪਿਆਰਿਓ ਮਾਤਾ ਜੀ ਤੇ ਸਾਹਿਬਜ਼ਾਦਿਆਂ ਦੀ ਅੰਤਮ ਸੰਸਕਾਰ ਦੇ ਲਈ ਜਗ੍ਹਾ ਖਰੀਦਣਾ ਕੀਤੀ। ਸੋਨੇ ਦੀਆਂ ਮੋਹਰਾਂ, ਜ਼ਮੀਨ ਦਾ ਕੋਈ ਮੁੱਲ ਹੋ ਸਕਦਾ, ਰੁਪਈਆਂ 'ਚ, ਪਾਉਂਡਾਂ, ਡਾਲਰਾਂ 'ਚ ਮੁੱਲ ਹੋ ਸਕਦਾ, ਪਰ ਜਿੱਥੇ ਸੋਨੇ ਦੀਆਂ ਮੋਹਰਾਂ ਹੀ ਵਸਾ ਦੇਣੀਆਂ, ਇਹਦੋਂ ਮਹਿੰਗੀ ਜਗ੍ਹਾ ਸ਼ਾਇਦ ਦੁਨੀਆ 'ਚ ਕਿਤੇ ਹੋਰ ਨਹੀਂ ਹੋ ਸਕਦੀ। ਸਭ ਤੋਂ ਮਹਿੰਗੀ ਜਗ੍ਹਾ ਜਿੱਥੇ ਸਾਹਿਬਜ਼ਾਦਿਆਂ ਦਾ ਅੰਤਮ ਸੰਸਕਾਰ ਕੀਤਾ, ਤੇ ਉਹ ਜਗ੍ਹਾ ਖਰੀਦਣ ਵਾਲੇ ਕੌਣ? ਦੀਵਾਨ ਟੋਡਰ ਮੱਲ। ਐਸੇ ਗੁਰੂ ਦੇ ਪਿਆਰੇ, ਗੁਰੂ ਨਾਲ ਪਿਆਰ, ਸੱਚ ਨਾਲ ਪਿਆਰ ਕਰਨ ਵਾਲੇ ਰਹੋ ਵਿਚਾਰ ਗੁਰਮੁਖ ਪਿਆਰਿਓ। ਹੁਕਮ ਵਿੱਚ ਰਹਿਣਾ ਆ ਗਿਆ, ਹੁਕਮ ਵਿੱਚ ਵਿਚਰਨਾ ਆ ਗਿਆ, ਤੇ ਹੁਕਮ ਵਿੱਚ ਰਹਿਣਾ ਤੇ ਹੁਕਮ ਵਿੱਚ ਵਿਚਰਨਾ ਹੀ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਆਪਣੇ ਜੀਵਨ ਵਰਤਾਂਤ ਵਿੱਚ ਸਿਖਾਇਆ ਕਿ ਹੁਕਮ ਵਿੱਚ ਰਹਿਣਾ। ਜੇ ਭਾਈ ਜੇਠਾ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ ਕਿ ਆ ਥੜਾ ਬਣਾਉਣਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ। ਭਾਈ ਰਾਮਾ ਜੀ ਨੂੰ ਵੀ ਆਖਿਆ, ਇਤਿਹਾਸ ਅਸੀਂ ਪੜ੍ਹਦੇ ਤੇ ਸੁਣਦੇ ਹਾਂ, ਫਿਰ ਢਾਉਣ ਵਾਸਤੇ ਕਹਿ ਦਿੱਤਾ ਕਿ ਇਹਨੂੰ ਢਾਹ ਦਿਓ, ਉਖਾੜ ਦਿਓ, ਫਿਰ ਬਣਾਓ। ਰਾਮਾ ਜੀ ਤੇ ਗੁਰਮੁਖ ਪਿਆਰਿਓ ਗੁੱਸੇ ਵਿੱਚ ਆ ਗਏ, ਭਾਈ ਰਾਮਾ ਜੀ। ਪਰ ਜਿਨ੍ਹਾਂ ਨੇ ਸੋਢੀ ਸੁਲਤਾਨ ਗੁਰਮੁਖ ਪਿਆਰ ਗੁਰੂ ਦੇ ਹੁਕਮ ਦੇ ਅੰਦਰ ਆ, ਤੇ ਫਿਰ ਖਿਆਲ ਕਰਿਓ ਗੁਰਮੁਖ ਪਿਆਰਿਓ,
ਆਖਿਆ ਸੱਚੇ ਪਾਤਸ਼ਾਹ ਖਿਮਾ ਕਰ ਦਿਓ, ਕਿਰਪਾ ਕਰੋ, ਮੈਨੂੰ ਬਖਸ਼ ਲਓ। ਸੱਚੇ ਪਾਤਸ਼ਾਹ ਇੱਕ ਛੋਟਾ ਜਿਹਾ ਕੰਮ ਤੁਹਾਨੂੰ ਬਾਰ-ਬਾਰ ਕਹਿਣਾ ਪਿਆ, ਗੁਸਤਾਖੀ ਮਾਫ ਕਰ। ਹੁਕਮ ਵਿੱਚ ਰਹਿਣਾ, ਭਾਣੇ ਵਿੱਚ ਰਹਿਣਾ, ਬਾਬਾ ਲੈਣਾ ਜੀ। ਅੱਧੀ ਰਾਤ ਨੂੰ ਆਖਿਆ ਕਿ ਜਾਓ ਬਸਤਰ ਧੋ ਲਿਆਓ। ਪੁੱਤਰਾਂ ਨੇ ਵੀ ਹੋਰ ਸਿੱਖਾਂ ਵੀ ਆਖਿਆ ਮਹਾਰਾਜ ਅੱਧੀ ਰਾਤ, ਪੋਹ ਮਾਘ ਦੀਆਂ ਰਾਤਾਂ, ਠੰਡ ਦਾ ਸਰਦੀ ਦਾ ਮੌਸਮ, ਦਿਨੇ ਬਸਤਰ ਨਹੀਂ ਸੁੱਕਦੇ ਤੇ ਅੱਧੀ ਰਾਤ ਨੂੰ ਕਿੱਥੋਂ ਧੋ ਕੇ ਸੁਕਾ ਕੇ ਲਿਆਵਾਂਗੇ। ਪਰ ਜਿਹੜੇ ਹੁਕਮ ਦੇ ਵਿੱਚ ਗੁਰੂ ਦੇ ਖੇਡ ਨੂੰ ਸਮਝਣ ਵਾਲੇ, ਗੁਰੂ ਦੇ ਹੁਕਮ ਵਿੱਚ ਰਹਿਣਾ ਆ ਗਿਆ। ਬਾਬਾ ਲਹਿਣਾ ਜੀ ਤੇ ਬਸਤਰ ਚਾਦਰਾਂ ਉਠਾ ਕੇ ਤੁਰ ਪਏ। ਤੇ ਇਤਿਹਾਸ ਕਹਿੰਦਾ ਕਿ ਜਿਉਂ-ਜਿਉਂ ਰਾਵੀ ਵੱਲ ਨੂੰ ਕਦਮ ਵੱਧ ਕੇ ਗਏ, ਦਿਨ ਚੜ੍ਹਦਾ ਗਿਆ। ਜਦੋਂ ਰਾਵੀ ਤੇ ਪਹੁੰਚੇ, ਸਿਖਰ ਦੁਪਹਿਰਾ, ਬਸਤਰ ਧੋਏ, ਚਾਦਰਾਂ ਧੋਤੀਆਂ, ਸੁਕਾ ਕੇ ਵਾਪਸ ਲੈ ਆਏ। ਆਖਿਆ ਹਜ਼ੂਰ ਸੱਚੇ ਪਾਤਸ਼ਾਹ ਬਸਤਰ ਹਾਜ਼ਰ ਨੇ। ਤੇ ਸਾਰੇ ਹੈਰਾਨ ਹੋ ਕੇ ਸੁੱਤੇ ਪਏ, ਉੱਠ ਕੇ ਆ ਗਏ ਕਿ ਵੇਖੀਏ ਤਾਂ ਸਹੀ ਕਿਤੇ ਬਾਬਾ ਲੈਣਾ ਐਵੇਂ ਤਾਂ ਨਹੀਂ ਕਹਿ ਰਿਹਾ। ਪਰ ਜਦੋਂ ਵੇਖਿਆ ਤੇ ਸਵੱਛ ਬਸਤਰ, ਧੋਤੇ ਹੋਏ ਬਸਤਰ, ਧੋ ਕੇ ਸੁਕਾਏ ਹੋਏ ਬਸਤਰ, ਹੈਰਾਨ ਰਹਿ ਗਏ। ਹੁਕਮ ਵਿੱਚ ਰਹਿਣਾ। ਚਿੱਕੜ ਵਿੱਚ ਬਰਤਨ ਕੌਲ ਡਿੱਗਿਆ ਤੇ ਆਖਿਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆ ਚਿੱਕੜ ਚੋਂ ਕੌਲ ਕੱਢਣਾ, ਬਰਤਨ ਕੱਢਣਾ। ਸਭ ਦਾ ਜਵਾਬ ਸੱਚੇ ਪਾਤਸ਼ਾਹ, ਜਿਹੜਾ ਗੰਦਗੀ 'ਚ ਡਿੱਗ ਪਿਆ, ਕੱਢਣਾ ਕਿਉਂ ਹੈ? ਪੁੱਤਰਾਂ ਨੂੰ ਵੀ ਕਿਹਾ ਪਰ ਜਵਾਬ ਇੱਕੋ ਹੀ ਆਖਿਆ ਸੱਚੇ ਪਾਤਸ਼ਾਹ ਲੰਗਰ ਵਿੱਚ ਬਹੁਤ ਬਰਤਨ ਪਏ ਆ, ਬਹੁਤ ਕੌਲੇ ਪਏ ਆ, ਜੇ ਕੌਲਾ ਡਿੱਗ ਪਿਆ ਗੰਦਗੀ ਦੇ ਅੰਦਰ ਤੇ ਕੱਢਣਾ ਹੀ ਕਿਉਂ ਹੈ? ਸੱਚੇ ਪਾਤਸ਼ਾਹ ਮਹਾਰਾਜ ਹੋਰ ਬਰਤਨ ਬਹੁਤ ਆ। ਪਰ ਜਦੋਂ ਬਾਬੇ ਲੈਣੇ ਨੂੰ ਆਖਿਆ, ਹੁਕਮ ਕੀਤਾ ਤੇ ਬਸਤਰਾਂ ਸਮੇਤ ਹੀ ਚਿੱਕੜ ਦੇ ਨਾਲ ਹੀ ਗੁਰਮੁਖ ਪਿਆਰਿਓ ਡਿੱਗ ਪੈਣਾ, ਛਾਲ ਮਾਰ ਦੇਣੀ, ਇੱਕਦਮ ਉਹਦੇ 'ਚ ਉਤਰ ਜਾਣਾ ਤੇ ਬਸਤਨ ਬਾਹਰ। ਆਖਿਆ ਸੱਚੇ ਪਾਤਸ਼ਾਹ ਇੱਕ ਛੋਟੇ ਜਿਹੇ ਕਾਰਜ ਲਈ ਤੁਹਾਨੂੰ ਇੰਨੀ ਵਾਰ ਕਹਿਣਾ ਪਿਆ, ਹੁਕਮ ਵਿੱਚ ਰਹਿਣਾ, ਹੁਕਮ ਮੰਨਣਾ। ਤੇ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ। ਤਾਂ ਹੀ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ। ਸੋ ਗੁਰਮੁਖ ਪਿਆਰਿਓ, ਇਹ ਮਨੁੱਖਾ ਜਨਮ ਸਾਨੂੰ ਵਾਹਿਗੁਰੂ ਦੇ ਹੁਕਮ ਵਿੱਚ ਮਿਲਿਆ, ਉਹਦੇ ਭਾਣੇ ਵਿੱਚ ਮਿਲਿਆ। ਇਹ ਭਾਣਾ, ਇਹ ਹੁਕਮ ਸਮਝ ਲਈਏ ਤੇ ਜਾਣਾ ਵੀ ਹੁਕਮ ਵਿੱਚ ਆ, ਫਿਰ ਰਹਿਣਾ ਵੀ ਉਹਦੇ ਹੁਕਮ ਦੇ ਅੰਦਰ ਸਿੱਖ ਲਈਏ ਕਿ ਸੰਸਾਰ ਤੇ ਰਹਿਣਾ ਵੀ ਉਹਦੇ ਹੁਕਮ ਅੰਦਰ ਆ ਤੇ ਫਿਰ ਜੀਵਨ ਦੀ ਸਫਲਤਾ ਹੋ ਜਾਵੇਗੀ। ਜੇ ਆਏ ਉਹਦੇ ਹੁਕਮ ਵਿੱਚ ਆ, ਜਾਣਾ ਉਹਦੇ ਹੁਕਮ ਵਿੱਚ ਆ। ਮਰਨ ਲਿਖਾਏ ਮੰਡਲ ਮੈਂ ਆਏ, ਜਿੰਨੇ ਸਵਾਸ ਉਹਨੇ ਲਿਖੇ ਆ ਪਰਮਾਤਮਾ ਨੇ, ਨਹ ਵੱਢਣ ਘਟਣ ਤਿਲ ਸਾਰ। ਤਾਂ ਫਿਰ ਅਸੀਂ ਉਹਦੇ ਹੁਕਮ ਤੋਂ ਬਿਨਾਂ ਸੰਸਾਰ ਤੇ ਰਹਿਣ ਦਾ ਯਤਨ ਕਰੀਏ ਤਾਂ ਫਿਰ ਇੱਥੇ ਗੁਸਤਾਖੀ ਹੋਵੇਗੀ। ਫਿਰ 84 ਦਾ ਚੱਕਰ, ਉਹਦੇ ਹੁਕਮ ਵਿੱਚ ਰਹਿਣਾ, ਉਹਦੇ ਹੁਕਮ ਵਿੱਚ ਵਿਚਰਨ, ਫਿਰ ਜੀਵਨ ਦੀ ਸਫਲਤਾ। ਇਹ ਮਨੁੱਖਾ ਜਨਮ ਜਿਹੜਾ ਬਾਰ-ਬਾਰ ਨਹੀਂ ਮਿਲਣਾ ਗੁਰਮੁਖ ਪਿਆਰਿਓ। ਇਸ ਕਰਕੇ ਇਸ ਮਨੁੱਖਾ ਜਨਮ ਨੂੰ ਸਫਲ ਕਰਨ ਵਾਸਤੇ, ਦੀ ਸਫਲਤਾ ਲਈ ਗੁਰੂ ਦੇ ਹੁਕਮ ਵਿੱਚ ਰਹਿਣਾ ਸਿੱਖ ਲਈਏ, ਗੁਰੂ ਦੇ ਭਾਣੇ ਵਿੱਚ ਰਹਿਣਾ ਸਿੱਖ ਲਈਏ। ਤੇ ਭਾਣੇ ਵਿੱਚ ਕੋਈ ਵਿਰਲਾ ਆਇਆ, ਹਰੇਕ ਦੇ ਵੱਸ ਦੀ ਬਾਤ ਨਹੀਂ। ਜਿਹਦੇ ਤੇ ਕਿਰਪਾ ਹੁੰਦੀ, ਬਖਸ਼ਿਸ਼ ਹੁੰਦੀ ਆ, ਜਿਹੜਾ ਬਖਸ਼ਿਸ਼ ਨੂੰ, ਕਿਰਪਾ ਨੂੰ ਪ੍ਰਾਪਤ ਕਰਨ ਵਾਲੇ ਰਸਤੇ ਤੁਰਦਾ ਤੇ ਬਖਸ਼ਿਸ਼ ਨੂੰ, ਰਹਿਮਤ ਨੂੰ, ਕਿਰਪਾ ਨੂੰ ਪ੍ਰਾਪਤ ਹੁੰਦਾ ਤੇ ਫਿਰ ਉਹੀ ਹੁਕਮ ਦੇ ਵਿੱਚ ਜਿਉਂਦਾ। ਗੁਰਮੁਖ ਪਿਆਰਿਓ, ਉਹਦੇ ਹੁਕਮ ਦੀ ਖੇਡ ਨੂੰ ਸਮਝਦਾ, ਉਹਦੇ ਨਾਲ ਮਿਲਾਪ ਜਿਸ ਤੋਂ ਵਿਛੜੇ ਆ, ਜਿਸ ਪਰਮਾਤਮਾ ਤੋਂ ਵਿਛੜ ਕੇ ਜੀਵ ਆਤਮਾ ਬਣੀ ਹੈ ਤੇ ਫਿਰ ਜੀਵ ਆਤਮਾ ਦੇ ਹੁਕਮ ਦੇ ਅੰਦਰ ਵਿਚਰ ਕੇ ਫਿਰ ਪਰਮਾਤਮਾ ਦਾ ਰੂਪ ਹੋਣਾ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਆਓ ਸਤਿਗੁਰ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਧੰਨ ਕਹੋ ਗੁਰੂ ਅਰਜਨ ਕੋ ਜਨ ਨਾਮ ਕਾ ਖੋਲ ਦਿਖਾਇਓ ਖਜ਼ਾਨਾ। ਰਾਗਣ ਹੀ ਰਾਗਣ ਮੈਂ ਸ਼ਬਦ ਬਣਾਏ ਕੈ ਗ੍ਰੰਥ ਕੀਓ ਹੈ ਸੁਮੇਰ ਸਮਾਨਾ। ਐਸੇ ਸਤਿਗੁਰ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਗੌੜੀ ਰਾਗ ਦੇ ਅੰਦਰ ਇਹ ਪਾਵਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 207 ਅੰਗ ਦੇ ਉੱਪਰ ਸੁਭਾਇਮਾਨ ਹੈ। ਤੇ ਅਰੰਭਤਾ ਦੀਆਂ ਧਾਰਨ ਜਿਹੜੀਆਂ ਪੰਕਤੀਆਂ ਨੇ ਉਹੀ ਰਹਾਉ ਦੀਆਂ ਪੰਕਤੀਆਂ ਨੇ ਗੁਰਮੁਖ ਪਿਆਰਿਓ। ਤੇ ਰਹਾਉ ਦੀਆਂ ਤੁਕਾਂ, ਰਹਾਉ ਦੀਆਂ ਪੰਕਤੀਆਂ ਜੋ ਸ਼ਬਦ ਦਾ ਕੇਂਦਰੀ ਭਾਵ ਤੇ ਸਤਿਗੁਰ ਸੱਚੇ ਪਾਤਸ਼ਾਹ ਜੋ ਉਚਾਰਨ ਕਰ ਰਹੇ ਹੈ, ਆਓ ਮਨੋਬਿਰਤੀਆਂ ਨੂੰ ਇਕਾਗਰਚਿਤ ਕਰਕੇ ਸਰਵਣ ਕਰੀਏ।
ਮਨੋਬਿਰਤੀਆਂ ਦੀ ਇਕਾਗਰਤਾ ਲਈ ਸਾਰੇ ਮਿਲ ਕੇ ਉਚਾਰਨ ਕਰੋ। ਸਤਨਾਮ ਸ਼੍ਰੀ ਵਾਹਿਗੁਰੂ ਜੀ। ਮਿਲੋ ਪਿਆਰੇ ਜੀਆ, ਪ੍ਰਭ ਕੀਆ ਤੁਮਾਰਾ ਥੀਆ ਰਹਾਉ। ਉਸ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ। ਮਿਲੋ ਪਿਆਰੇ ਜੀਆ, ਇਹ ਜੀਵਾਂ ਨੂੰ ਪਿਆਰ ਕਰਨ ਵਾਲੇ, ਹੇ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ, ਮੈਨੂੰ ਮਿਲੋ, ਦਰਸ਼ਨ ਦਿਓ ਆਪਣਾ, ਕਰੋ ਕਿਰਪਾ। ਪਿਆਰੇ ਜੀਆ, ਜੀਵਾਂ ਦੇ ਪਿਆਰੇ ਤੇ ਜੀਵਾਂ ਨੂੰ ਪਿਆਰ ਕਰਨ ਵਾਲੇ, ਹੇ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ, ਮੈਨੂੰ ਮਿਲੋ, ਮੈਨੂੰ ਦਰਸ਼ਨ ਦਿਓ, ਮੇਰੀ ਭਟਕਣਾ ਖਤਮ ਹੋ ਜਾਵੇ, ਚੱਕਰ ਮੁੱਕ ਜਾਵੇ 84 ਦਾ। ਮੇਰੀ ਸ਼ਰਧਾ ਪੂਰ ਹਰ ਰਾਇਆ, ਮੇਰੀ ਸ਼ਰਧਾ ਪੂਰਨ ਕਰ ਦਿਓ। ਕਰੋ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ, ਰਹਿਮਤ ਕਰੋ। ਜੋ ਕੁਝ ਸਾਰਾ ਹੋ ਰਿਹਾ ਪ੍ਰਭ, ਸਾਰਾ ਕੁਛ ਪ੍ਰਭ ਕੀਆ ਤੁਮਾਰਾ ਥੀਆ, ਤੁਹਾਡਾ ਹੀ ਕੀਤਾ ਹੋਇਆ ਵਰਤ ਰਿਹਾ, ਤੁਹਾਡਾ ਹੀ ਕੀਤਾ ਹੋਇਆ ਸਾਰਾ ਕੁਝ ਜੋ ਤੁਸੀਂ ਕਰਦੇ ਹੋ ਉਹੀ ਹੁੰਦਾ। ਕਰੋ ਕਿਰਪਾ, ਤੁਸੀਂ ਆਪ ਕਿਰਪਾ ਕਰਕੇ ਮੈਨੂੰ ਮਿਲੋ, ਮੇਰੇ ਤੇ ਰਹਿਮਤ ਕਰੋ। ਦਰਸ਼ਨ ਪਿਆਸੀ ਦਿਨ ਸਰਾਧ, ਚਿਤਮੋ ਅਣਦਿਨ ਨੀਤ, ਖੋਲ ਕਪਟ ਗੁਰ ਮੇਲੀਆ ਨਾਨਕ, ਹਰ ਸੰਗ ਮੀਤ। ਮੇਰੇ ਤੇ ਕਿਰਪਾ ਕਰੋ, ਮੈਨੂੰ ਦਰਸ਼ਨ ਦਿਓ। ਸਾਰਾ ਕੁਝ ਤੁਹਾਡਾ ਹੀ ਬਣਾਇਆ, ਜੋ ਬਣਿਆ ਸਾਰਾ ਕੁਝ ਤੁਹਾਡਾ ਬਣਾਇਆ, ਜੋ ਹੋ ਰਿਹਾ ਤੁਹਾਡੇ ਹੁਕਮ ਵਿੱਚ ਆ, ਜੋ ਤੁਸੀਂ ਕਰਦੇ ਹੋ ਉਹੀ ਹੁੰਦਾ। ਤੇ ਕਰੋ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ, ਮੇਰੇ ਤੇ ਮੈਨੂੰ ਦਰਸ਼ਨ ਦਿਓ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਨੂੰ ਰਸਤਾ ਦੱਸ ਰਹੇ, ਪਰਮਾਤਮਾ ਨੂੰ ਮਿਲਣ ਦਾ ਕਿਵੇਂ ਨਿਮਰਤਾ ਸਹਿਤ ਅਪੀਲ ਕਰਨੀ, ਫਰਿਆਦ ਕਰਨੀ ਹੈ। ਅੰਦਰੋਂ ਹੂਕ ਉੱਠੇ ਉਮਕਿਓ ਹੀਓ ਮਿਲਣ, ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਿਆ ਜਾਈ। ਕਿਵੇਂ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਬਖਸ਼ਿਸ਼ ਨੂੰ ਪ੍ਰਾਪਤ ਕਰਨਾ, ਕਿਵੇਂ ਉਹਦੇ ਅੱਗੇ ਅਰਦਾਸਾਂ ਬੇਨਤੀਆਂ ਕਰ। ਤੇ ਫਿਰ ਨਾਲ ਹੀ ਅਗਲਾ ਬਚਨ ਕੀਤਾ, ਅਨਕ ਜਨਮ ਬਹੁ ਜੋਨੀ ਭ੍ਰਮਿਆ, ਬਹੁਰ ਬਹੁਰ ਦੁੱਖ ਪਾਇਆ। ਕਰੋ ਕਿਰਪਾ ਸਤਿਗੁਰ ਸੱਚੇ ਪਾਤਸ਼ਾਹ, ਕਿਉਂ ਦਰਸ਼ਨ ਦਿਓ, ਕਿਉਂ ਰਹਿਮਤਾਂ ਕਰੋ ਮੇਰੇ ਤੇ। ਮੈਂ ਬਹੁਤ ਭਰਮ ਲਿਆ, ਮੋਹ ਮਾਇਆ ਵਿਕਾਰਾਂ ਦੇ ਅੰਦਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅੰਦਰ ਮੈਂ ਬੜੇ ਜਨਮਾਂ 'ਚ ਭਰਮਿਆ, ਤੈਨੂੰ ਭੁੱਲ ਕੇ ਭਟਕਣਾ। ਵਾਹਿਗੁਰੂ ਸੱਚੇ ਪਾਤਸ਼ਾਹ ਕਰੋ ਕਿਰਪਾ, ਅਨਕ ਜਨਮ ਬਹੁ ਜੋਨੀ ਭ੍ਰਮਿਆ, ਅਨੇਕਾਂ ਜਨਮ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਰੰਕਾਲ ਦੇ ਸੰਜਰੀਆ। ਕਰੋ ਕਿਰਪਾ, ਬਹੁਤ ਭਰਮਿਆ। ਤੇ ਖਿਆਲ ਕਰਿਓ ਗੁਰਮੁਖ ਪਿਆਰਿਓ, ਜੇਕਰ ਹੁਣ ਬਖਸ਼ਿਸ਼ ਨਾ ਹੋਈ ਤਾਂ ਫੇਰ ਅੱਗੇ ਭਰਮਣਾ ਹੀ ਆ। ਗੁਰਮੰਤਰ ਹੀਣ ਸਜੋ ਪ੍ਰਾਣੀ, ਤ੍ਰਿਗੰਤ ਜਨਮ ਭ੍ਰਸ਼ਟਨਹਿ, ਕੂਕਰਹਿ ਸੂਕਰਹਿ ਗਰਦਬੈ ਕਾਕੈ, ਸਰਪਣੈ ਤੁਲ ਖਲੈ। ਫਿਰ ਅਗਾਂਹ ਭਟਕਣਾ ਹੀ ਆ। ਜੇ ਗੁਰਮੰਤਰ ਤੋਂ ਹੀਣੇ ਆ, ਗੁਰੂ ਦੇ ਹੁਕਮ ਤੋਂ, ਗੁਰੂ ਦੇ ਬਚਨਾਂ ਤੋਂ ਹੀਣੇ, ਗੁਰੂ ਦੀ ਬਖਸ਼ਿਸ਼ ਰਹਿਮਤ ਤੋਂ ਹੀਣੇ ਰਹਿ ਗਏ। ਇਸ ਮਨੁੱਖਾ ਜਨਮ ਦੇ ਅੰਦਰ, ਜਿਹੜਾ ਮਨੁੱਖਾ ਜਨਮ ਸਤਿਗੁਰ ਕਹਿੰਦੇ ਇਹ ਤੇਰੀ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ, ਇਹ ਤੇਰਾ ਸਮਾਂ, ਇਹ ਤੇਰੀ ਵਾਰੀ ਹੈ। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇ ਜੇ ਇਸ ਜਨਮ ਦੇ ਅੰਦਰ ਵੀ ਜੇਕਰ ਤੂੰ ਉਲਝ ਗਿਆ, ਇਸ ਪੌੜੀ ਤੇ ਜੋ ਨਰ ਚੁੱਕੈ ਸੋ ਆਏ ਜਾਏ, ਦੁੱਖ ਪਾਏਂਦਾ। ਇਸ ਪੌੜੀ ਦੇ ਡੰਡੇ ਤੋਂ ਵੀ ਪੈਰ ਤਿਲਕ ਗਿਆ, ਸਿਸਕ ਗਿਆ, ਤਾਂ ਫਿਰ 84 ਦਾ ਅੱਗੇ ਚੱਕਰ। ਜੰਮ ਜੰਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ। ਲੰਬੇ ਪੈਂਡਿਆਂ ਦਾ ਸਫ਼ਰ ਹੈ, 84 ਲੱਖ ਜੂਨਾਂ ਦਾ। ਫਿਰ ਭਟਕੇਗਾ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਅਰਦਾਸ ਕਰ, ਸਮਰਪਿਤ ਹੋ। ਸਤਿਗੁਰ ਅਰਦਾਸ ਕਰਕੇ ਸਾਨੂੰ ਸਮਝਾ ਰਹੇ ਆ, ਅਨਕ ਜਨਮ ਬਹੁ ਜੋਨੀ ਭ੍ਰਮਿਆ, ਬਹੁਰ ਬਹੁਰ ਬਾਰ ਬਾਰ, ਬਹੁਤੇ ਫੇਰ ਭਏ ਕਿਰਪਣ ਕੋ ਆਬ ਕਿਛ ਕਿਰਪਾ ਕੀਜੈ। ਅਰਦਾਸ ਕਰਨੀ ਮਹਾਰਾਜ, ਬੜੇ ਫੇਰ ਪਏ ਆ, ਬਹੁਤ ਭਰਮਿਆ, ਪਰ ਹੁਣ ਕਿਰਪਾ ਕਰੋ। ਬਹੁਰ ਬਹੁਰ ਦੁੱਖ ਪਾਇਆ, ਬੜਾ ਦੁੱਖ, ਭਟਕਣਾ 'ਚ ਦੁੱਖ ਹੀ ਹੈ, ਜਨਮਾਂ ਜਨਮਾਂਤਰਾਂ 'ਚ ਦੁੱਖ ਹੀ ਹੈ। ਜੰਮਣ ਮਰਨ ਵਿੱਚ ਦੁੱਖ ਘਨੇਰਾ, ਬਾਰ ਬਾਰ ਜੰਮਣਾ ਤੇ ਬਾਰ ਬਾਰ ਮਰਨਾ ਦੁੱਖ ਹੀ ਹੈ। ਦੁੱਖਾਂ ਦਾ ਮਾਰਗ ਹੈ।
ਸੁਖ ਦਾ ਮਾਰਗ ਹੈ, ਉਹ ਸੁਖ ਦੇ ਵਿੱਚ ਲੀਨ ਹੋ ਜਾਣਾ ਪਰਮਾਤਮਾ। ਬਾਕੀ ਕਾਸੇ 'ਚ ਸੁਖ ਨਹੀਂ। ਸੁਖ ਨਾ ਹੀ ਬਹੁਤਾ ਧਨ ਖਾਟੇ, ਸੁਖ ਨਾ ਹੀ ਪੇਖੈ ਨਿਰਤ ਨਾਟੇ। ਇਹਨਾਂ ਗੱਲਾਂ ਵਿੱਚ ਸੁਖ ਨਹੀਂ ਹੈ। ਸੁਖ ਨਾ ਹੀ ਬਹੁ ਦੇਸ਼ ਕਮਾਏ, ਦੇਸ਼ ਛੋੜ ਪਰਦੇਸੈ ਧਾਇਆ। ਸੁਖਾਂ ਦੀ ਭਾਲ ਸੁਖ ਨਾ ਹੀ ਬਹੁ ਦੇਸ਼ ਕਮਾਏ। ਫਿਰ ਸੁਖ ਕਿੱਥੇ? ਸਤਿਗੁਰੂ ਕਹਿੰਦੇ ਸਰਬ ਸੁਖਾਂ ਹਰ ਹਰ ਗੁਣ ਗਾਏ। ਸਾਰੇ ਸੁਖ ਹੈ ਉਹ ਪਰਮਾਤਮਾ ਦੇ ਗੁਣ ਗਾਉਣ, ਉਹਦੇ ਹੁਕਮ ਵਿੱਚ ਵਿਚਰਨ ਦੇ ਨਾਲ। ਬਾਕੀ ਸਾਰੇ ਦੁੱਖ ਆ। ਅਨਕ ਜਨਮ ਬਹੁ ਜੋਨੀ ਭਰਮਿਆ, ਬਹੁਰ ਬਹੁਰ ਦੁੱਖ ਪਾਇਆ। ਬਾਰ ਬਾਰ ਭਟਕਣਾ ਦੇ ਨਾਲ ਦੁੱਖਾਂ ਦੀ ਪ੍ਰਾਪਤੀ ਹੈ। ਬਾਰ ਬਾਰ ਜੰਮਣਾ ਤੇ ਮਰਨਾ ਦੁੱਖਾਂ ਦੀ ਪ੍ਰਾਪਤੀ ਹੈ। ਤੇ ਵਾਹਿਗੁਰੂ ਅੱਗੇ ਅਰਦਾਸ ਕਰ, ਮਹਾਰਾਜ ਬਹੁਤ ਭਟਕਿਆ, ਹੁਣ ਕਰੋ ਕਿਰਪਾ, ਮਿਲੋ ਪਿਆਰੇ ਜੀਆ, ਹੁਣ ਤਾਂ ਮੈਨੂੰ ਮਿਲੋ, ਦਿਓ ਦਰਸ਼ਨ। ਸਤਿਗੁਰ ਸੱਚੇ ਪਾਤਸ਼ਾਹ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ, ਕਰੋ ਕਿਰਪਾ। ਸਤਿਗੁਰ ਸੱਚੇ ਪਾਤਸ਼ਾਹ ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ਼ ਹਰ ਰਾਇਆ। ਪਹਿਲਾਂ ਵਾਲਾ ਬਚਨ ਕਿ ਉਹਦੇ ਹੁਕਮ ਵਿੱਚ ਆਏ ਆ, ਹੁਕਮ ਵਿੱਚ ਜਾਣਾ। ਇਹ ਮਨੁੱਖਾ ਦੇਹ ਵੀ ਉਹਦੇ ਹੁਕਮ ਦੇ ਵਿੱਚ ਮਿਲੀ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਤੁਹਾਡੀ ਕਿਰਪਾ ਦੇ ਨਾਲ ਇਹ ਮਨੁੱਖਾ ਦੇਹੀ ਪਾਈ ਹੈ। ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ। ਗੁਰ ਸੇਵਾ ਤੇ ਭਗਤ ਕਮਾਈ, ਤਾਬੇ ਮਾਨਸ ਦੇਹੀ ਪਾਈ। ਤਾਂ ਇਹ ਦੇਹੀ ਪਾਈ ਸਫਲੀ ਹੈ। ਹੁਣ ਮਿਲੀ ਹੈ ਵਾਹਿਗੁਰੂ ਦੀ ਕਿਰਪਾ ਦੇ ਸਦਕਾ, ਤੇ ਸਫਲ ਤਾਂ ਹੋਣੀ ਹੈ ਜੇ ਇਹਦੇ ਨਾਲ ਗੁਰ ਸੇਵਾ ਤੇ ਭਗਤ ਕਮਾਈ। ਤਾਬੇ ਮਾਨਸ ਦੇਹੀ ਪਾਈ, ਤਾਂ ਪਾਈ ਸਫਲੀ ਹੈ। ਤਾਂ ਇਹ ਸਫਲ ਹੋਣੀ ਹੈ ਜੇ ਉਹਦੀ ਭਗਤੀ ਕਮਾਈ ਉਹਦੇ ਹੁਕਮ ਦੇ ਵਿੱਚ ਰਹੇ। ਗੁਰ ਸੇਵਾ ਤੇ ਭਗਤ ਕਮਾਈ, ਜੇ ਗੁਰੂ ਦੀ ਸੇਵਾ ਕੀਤੀ, ਭਗਤੀ ਕੀਤੀ, ਬੰਦਗੀ ਕੀਤੀ, ਉਹਦੇ ਹੁਕਮ ਦੇ ਵਿੱਚ ਵਿਚਰਿਆ। ਭਗਤੀ ਕੀ, ਬੰਦਗੀ ਕੀ ਹੈ? ਇਹ ਨਹੀਂ ਕੇਵਲ ਪਲਾਥੀ ਮਾਰ ਕੇ ਅੱਖਾਂ ਮੀਟ ਕੇ ਬਹਿ ਜਾਣਾ ਤੇ ਇਹੀ ਬੰਦਗੀ ਹੈ। ਕਿਸੇ ਪਹਾੜ ਦੀ ਕੰਦਰ ਵਿੱਚ ਬਹਿ ਜਾਣਾ, ਕਿਸੇ ਪਹਾੜ ਪਰਬਤ ਦੀ ਚੋਟੀ ਤੇ ਜਾ ਬੈਠਣਾ, ਕਿਤੇ ਉਜਾੜ ਬੀਆਬਾਨ ਵਿੱਚ, ਇਕੱਲੇ ਕਿਤੇ ਭੋਰੇ ਵਿੱਚ ਕਮਰੇ ਵਿੱਚ ਬਹਿ ਜਾਣਾ, ਬਸ ਬੰਦਗੀ ਨਹੀਂ। ਬੰਦਗੀ ਕੀ ਹੈ? ਭਗਤੀ ਉਹਦੇ ਹੁਕਮ ਦੇ ਵਿੱਚ। ਜੈ ਬਸਾਲੇ ਤਾਂ ਬੈਸਾਂ ਸੁਆਮੀ, ਜੈ ਭੇਜੇ ਤੈਂ ਜਾਵਾਂ। ਉਹਦੇ ਹੁਕਮ ਦੇ ਅੰਦਰ ਸਭ ਨਗਰੀ ਮੈਂ ਏਕੋ ਰਾਜਾ, ਸਭੈ ਪਵਿੱਤ ਹੈ ਥਾਵਾਂ। ਉਹਦੇ ਹੁਕਮ ਵਿੱਚ ਵਿਚਰਨਾ ਬੰਦਗੀ ਹੈ। ਉਹਦੇ ਹੁਕਮ ਵਿੱਚ ਰਹਿਣਾ ਬੰਦਗੀ ਹੈ। ਉਸ ਬੰਦਗੀ ਦੀ ਦਾਤ ਹੀ ਤੇਰੀ ਪਨਹ ਖੁਦਾਏ, ਤੂੰ ਬਖਸ਼ੰਦਗੀ ਸੇਖ ਫਰੀਦੈ ਖੈਰ ਦੀਜੈ। ਬੰਦਗੀ, ਉਸ ਬੰਦਗੀ ਦੀ ਦਾਤ ਹੀ ਭਗਤਾਂ ਨੇ ਮੰਗੀ। ਉਹੀ ਗੁਰਬਾਣੀ ਦੇ ਵਿੱਚ ਸਾਨੂੰ ਜੋ ਉਪਦੇਸ਼ ਸਤਿਗੁਰਾਂ ਨੇ ਬਖਸ਼ਿਆ, ਉਹਦੇ ਹੁਕਮ ਦੇ ਅੰਦਰ ਧਰਮ ਦੀ ਕਿਰਤ ਕਰਦੇ, ਨਾਮ ਜਪਦੇ, ਵੰਡ ਛਕਦੇ ਜੀਵਨ ਬਤੀਤ ਕਰਨਾ, ਜੋ ਗੁਰੂ ਨਾਨਕ ਦੀ ਵਿਚਾਰਧਾਰਾ ਹੈ। ਧਰਮ ਦੀ ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਉਹਦੇ ਹੁਕਮ ਦੇ ਅੰਦਰ, ਉਹਦੇ ਭਾਣੇ ਦੇ ਅੰਦਰ। ਇਹ ਬੰਦਗੀ ਹੈ, ਭਗਤੀ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਬਚਨ ਕਰ ਰਹੇ ਆ, ਅਰਦਾਸ ਕਰ ਉਹਦੀ ਕਿਰਪਾ ਦੇ ਨਾਲ ਤੈਨੂੰ ਇਹ ਸਰੀਰ ਮਿਲਿਆ, ਦੇਹ ਮਿਲੀ ਹੈ। ਤੇ ਸਫਲੀ ਵੀ ਤਾਂ ਹੋਣੀ ਜੇ ਗੁਰ ਸੇਵਾ ਤੇ ਭਗਤ ਕਮਾਈ। ਤੇ ਅਰਦਾਸ ਕਰਨੀ, ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ, ਦੇਹੋ ਦਰਸ਼ ਹਰ ਰਾਇਆ। ਹੇ ਹਰੀ ਰਾਏ, ਹੇ ਪਰਮਾਤਮਾ, ਹੇ ਵਾਹਿਗੁਰੂ ਅਕਾਲ ਪੁਰਖ ਅੱਲਾ ਖੁਦਾ, ਤੁਹਾਡੀ ਕਿਰਪਾ ਨਾਲ ਮਿਲਿਆ ਸਰੀਰ, ਦੇਹੋ ਦਰਸ਼ਨ। ਹੁਣ ਜੀਵਨ ਕਰ ਦਿਓ ਸਫਲਾ, 84 ਦਾ ਚੱਕਰ ਮੁੱਕ ਜਾਵੇ। ਰਹਿਮਤਾਂ ਕਰੋ, ਬਖਸ਼ਾਂ ਕਰੋ। ਤੇ ਸਤਿਗੁਰ ਰਾਹ ਦੱਸ ਰਹੇ, ਭਾਈ ਇਸ ਤਰ੍ਹਾਂ ਸਮਰਪਿਤ ਹੋ, ਅਰਦਾਸ ਕਰ। ਸੋਈ ਹੋਵਾ ਜੋ ਤਿਸ ਭਾਣਾ, ਅਵਰ ਨ ਕਿਨਹੀ ਕੀਤਾ। ਉਹੀ ਹੋਇਆ ਜੋ ਉਹਨੂੰ ਭਾਣਾ, ਉਹਦਾ ਹੁਕਮ ਹੈ। ਹੋਰ ਕਿਸੇ ਦੇ ਕੀਤਿਆਂ ਕੋਈ ਨਹੀਂ ਹੋ ਸਕਦਾ ਗੁਰਮੁਖ ਪਿਆਰਿਓ, ਕਿਉਂਕਿ ਤੇਰਾ ਸ਼ਰੀਕ ਕੋ ਨਾਹੀ, ਨਾ ਕੋ ਕੰਟਕ ਵੈ ਰਾਈ। ਇਹ ਵੱਖਰੀ ਗੱਲ ਆ ਕਿ ਅੱਜ ਆਪਾਂ ਰੱਬ ਦੇ ਸ਼ਰੀਕ ਬਹੁਤ ਬਣਾ ਲਏ, ਬਹੁਤ ਸ਼ਰੀਕ ਬਣ ਕੇ ਬਹਿ ਗਏ। ਗੁਰੂ ਦਾ ਦਰ ਛੱਡ ਕੇ, ਰੱਬ ਨੂੰ ਛੱਡ ਕੇ, ਉਹਨਾਂ ਨੂੰ ਹੀ ਰੱਬ ਮੰਨਣਾ ਸ਼ੁਰੂ ਕਰ ਦਿੱਤਾ। ਬਥੇਰੇ ਥਾਂ ਥਾਂ ਦੇ ਉੱਪਰ ਘਰ ਘਰ ਹੋਏ ਬਹੇ ਹੈ ਰਾਮਾ। ਮਨੁੱਖ ਮਨੁੱਖ ਦਾ, ਸਤਿਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਬੰਦਿਆਂ ਦੇ ਬੰਦੇ ਬਣ ਗਏ, ਸ਼ਰੀਕ ਬਣਾ ਲਏ, ਰੱਬ ਬਣਾ ਲਏ, ਬਥੇਰੇ ਬਣੇ ਬੈਠ। ਪਰ ਹਸਰ ਕੀ ਹੈ ਫਿਰ? ਜਿਵੇਂ ਪੁੱਛਿਆ ਅਸਮਾਨ ਫਰੀਦਾ ਖੇਵਟ ਕਿਨ ਗਏ।
ਜਾਲਣ ਗੋਰਾਂ ਨਾਲ ਉਲਾਮੇ ਜੀ ਸਹਿ। ਜਿਹੜੇ ਕਹਿੰਦੇ ਸੀ ਅਸੀਂ ਦੁਨੀਆ ਦੇ ਮਲਾਹ ਹਾਂ, ਜਿਹੜੇ ਆਪਣੇ ਆਪ ਨੂੰ ਰੱਬ ਕਹਾਉਂਦੇ ਸੀ, ਕਿੱਥੇ ਗਏ? ਜਾਲਣ ਗੋਰਾਂ ਨਾਲ ਉਲਾਮੇ ਜੀ ਸਹਿ। ਵਾਹਿਗੁਰੂ ਇੱਕੋ ਹੀ ਹੈ, ਤਾਂ ਹੀ ਸਤਿਗੁਰਾਂ ਨੇ ਇੱਕ ਓਂਕਾਰ ਉਚਾਰਿਆ। ਉਹ ਅੱਲਾ ਖੁਦਾ ਰਾਮ ਵਾਹਿਗੁਰੂ ਇੱਕ ਆ, ਉਹਦੇ ਵਰਗਾ ਹੋਰ ਕੋਈ ਨਹੀਂ। ਸਜਾਤੀ ਵਜਾਤੀ ਸਵੈਗਤ ਭੇਦ ਤੋਂ ਰਹਿਤ ਆ ਉਹ ਵਾਹਿਗੁਰੂ ਅਕਾਲ ਪੁਰਖ, ਤਾਂ ਹੀ ਇੱਕ ਓਂਕਾਰ ਸਤਿਗੁਰ ਪ੍ਰਸਾਦ। ਉਹ ਵਾਹਿਗੁਰੂ ਇੱਕ ਆ, ਉਹਦੇ ਵਰਗਾ ਕੋਈ ਨਹੀਂ। ਉਹ ਓਂਕਾਰ ਉਹ ਸਰਬ ਦਾ ਪ੍ਰਕਾਸ਼ਕ ਆ। ਤੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਦੁਆਰਾ, ਰਹਿਮਤ ਬਖਸ਼ਿਸ਼ ਦੇ ਦੁਆਰਾ ਉਹ ਪ੍ਰਾਪਤ ਹੁੰਦਾ। ਤਾਂ ਹੀ ਸਤਿਗੁਰਾਂ ਨੇ ਉਪਦੇਸ਼ ਬਖਸ਼ਿਆ, ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਹ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ। ਇੱਕੋ ਦੇ ਨਾਲ ਜੋੜਿਆ, ਦੂਜਾ ਕਾਹੇ ਸਿਮਰਿਆ ਜੋ ਜੰਮੈ ਤੈ ਮਰ ਜਾਏ, ਏਕੋ ਸਿਮਰੋ ਨਾਨਕਾ ਜੋ ਜਲ ਥਲ ਰਹਿਆ ਸਮਾਏ। ਇੱਕੋ ਹੀ ਆ ਉਹ, ਤੇਰਾ ਸ਼ਰੀਕ ਕੋ ਨਾਹੀ ਨਾ ਕੋ ਕੰਟਕ ਬਹਿਰਾਏ। ਉਹਦੇ ਵਰਗਾ ਉਹੀ ਮਨੁੱਖ ਵਰਗਾ ਮਨੁੱਖ ਹੋ ਸਕਦਾ, ਕਿਸੇ ਹੋਰ ਜੀਵ ਵਰਗਾ ਜੀਵ ਹੋ ਸਕਦਾ, ਪਰ ਵਾਹਿਗੁਰੂ ਵਰਗਾ ਦੂਜਾ ਵਾਹਿਗੁਰੂ, ਪਰਮਾਤਮਾ ਵਰਗਾ ਦੂਜਾ ਪਰਮਾਤਮਾ ਕੋਈ। ਉਹ ਪਰਮਾਤਮਾ ਇੱਕੋ ਹੀ ਹੈ, ਪਰ ਅਸੀਂ ਬਹੁਤ ਥਾਂ ਥਾਂ ਤੇ ਬਣਾ ਲਏ ਗੁਰਮੁਖ ਪਿਆਰਿਓ, ਖੌਤੀ ਰੱਬ ਬਣਾ ਲਏ, ਉਹਦੇ ਸ਼ਰੀਕ ਪੈਦਾ ਕਰ ਲਏ, ਸ਼ਰੀਕ ਬਣ ਬੈਠੇ। ਅਸੀਂ ਭੁੱਲ ਗਏ, ਉਲਝ ਗਏ, ਸੱਚਾਈ ਨੂੰ ਛੱਡ ਕੇ, ਸੱਚ ਨੂੰ ਛੱਡ ਕੇ, ਅਣਮਤਾਂ ਦੇ ਪਿੱਛੇ, ਗੁਰਮਤ ਨੂੰ ਛੱਡ ਕੇ ਅਣਮਤ ਦੇ ਪਿੱਛੇ। ਪਰ ਸਤਿਗੁਰ ਬਚਨ ਕਰ ਰਹੇ ਆ ਕਿ ਤੇਰੇ ਤੋਂ ਬਿਨਾਂ ਕਿਸੇ ਦਾ ਹੋਰ ਕੀਤਾ ਕੁਝ ਨਹੀਂ ਹੋ ਸਕਦਾ। ਕੋਈ ਹੈ ਦੁਨੀਆ ਦੀ ਤਾਕਤ? ਜਿਹੜੇ ਵਾਹਿਗੁਰੂ ਨੇ ਬਖਸ਼ੇ ਸਵਾਸ ਉਹਨਾਂ ਨੂੰ ਵਧਾ ਘਟਾ ਕੇ ਦਿਖਾਏ। ਜਿੰਨੇ ਵਾਹਿਗੁਰੂ ਨੇ ਬਖਸ਼ਿਆ ਨਹਿ ਬਟਨ ਘਟਣ ਤਿਲ ਸਾਰ। ਵਾਹਿਗੁਰੂ ਨੇ 5 ਤੱਤ ਬਣਾਏ, ਕੋਈ ਹੈ 6ਵਾਂ ਤੱਤ ਬਣਾ ਕੇ ਦਿਖਾਵੇ? ਕੋਈ 6ਵਾਂ ਤੱਤ? ਬੜੀਆਂ ਖੋਜਾਂ ਸਾਇੰਸ ਕਰ ਰਹੀ ਹੈ, ਪਰ 6ਵਾਂ ਤੱਤ ਤਾਂ ਨਹੀਂ ਬਣਿਆ ਨਾ। ਸਾਇੰਸ ਨੇ ਬਹੁਤ ਖੋਜ ਕੀਤੀ, ਤੇ ਖੋਜ ਉਹਦੀ ਉਹ ਕੀਤੀ ਜੋ ਪਰਮਾਤਮਾ, ਜੋ ਵਾਹਿਗੁਰੂ ਅਕਾਲ ਪੁਰਖ ਨੇ ਬਣਾਇਆ, ਉਹਦੇ ਬ੍ਰਹਿਮੰਡ ਵਿੱਚ ਆ, ਉਹਦੀ ਆ ਕੁਦਰਤ ਦੇ ਵਿੱਚ ਆ। ਉਹ ਕਾਦਰ ਦੀ ਕੁਦਰਤ 'ਚ ਉਹਨੂੰ ਖੋਜਿਆ ਸਾਇੰਸ ਨੇ, ਵੱਖਰਾ ਕੁਝ ਨਹੀਂ ਬਣਾਇਆ। 5 ਤੱਤ ਨੇ, ਆਪ ਤੇਜ ਬਾਏ ਪ੍ਰਿਥਵੀ ਆਕਾਸ਼ਾ। ਜਾਂ ਤਾਂ 6ਵਾਂ ਤੱਤ ਬਣਾਵੇ, ਕੋਈ ਬਣਾ ਕੇ ਦਿਖਾਵੇ 6ਵਾਂ ਤੱਤ। ਉਹ ਪਰਮਾਤਮਾ ਨੇ 5 ਤੱਤਾਂ ਦਾ ਸਰੀਰ, 5 ਤੱਤਾਂ ਦਾ ਸੰਸਾਰ ਰਚਿਆ। ਉਹ ਵਾਹਿਗੁਰੂ ਦਾ ਕੀਤਾ ਹੀ ਹੁੰਦਾ। ਤੇ ਇਸ ਕਰਕੇ ਫਿਰ ਵਾਹਿਗੁਰੂ ਨਾਲ ਜੁੜੀਏ, ਉਸ ਅਕਾਲ ਪੁਰਖ ਨਾਲ ਜੁੜੀਏ। ਫਿਰ ਰਸਤਿਆਂ 'ਚ ਕੀ ਲੋੜ ਜੋ ਘਰ ਘਰ ਹੋਏ ਬਹਿ ਹੈ ਰਾਮਾ। ਜਦੋਂ ਸਾਡੇ ਕੋਲੇ ਸਿੱਧਾ ਵੱਡਾ ਮਾਰਗ ਹੈ ਮੰਜ਼ਲੇ ਮਕਸੂਦ ਤੇ ਪਹੁੰਚਣ ਦਾ, ਫਿਰ ਪੱਗ ਡੰਡੀਆਂ ਤੇ ਕਿਉਂ ਉਲਝਦੇ ਫਿਰਨਾ? ਛੋਟੇ ਰਸਤਿਆਂ ਤੇ ਕਿਉਂ ਉਲਝਦੇ ਫਿਰਨਾ, ਜਿਹੜੇ ਜਾ ਕੇ ਕਿਸੇ ਖੇਤ ਵਿੱਚ ਖਤਮ ਹੋ ਜਾਣ? ਦਰਿਆਵਾਂ ਦਾ ਸਮੁੰਦਰਾਂ ਨਾਲ ਮੇਲ ਆ, ਫਿਰ ਨਦੀਆਂ ਨਾਲਿਆਂ 'ਚ ਕਿਉਂ ਉਲਝਦੇ ਫਿਰਨਾ, ਜਿਹੜੇ ਕਿਸੇ ਕਿਸਾਨ ਦੇ ਖੇਤ ਵਿੱਚ ਜਾ ਕੇ ਖਤਮ ਹੋ ਜਾਣ? ਜਿਹੜੀਆਂ ਨਹਿਰਾਂ ਕੱਸੀਆਂ ਸੂਏ ਜਾ ਕੇ ਕਿਸੇ ਕਿਸਾਨ ਦੇ ਖੇਤ ਖਤਮ ਹੋ ਜਾਣ, ਫਿਰ ਉਹਨਾਂ 'ਚ ਕਿਉਂ ਉਲਝਣ? ਜਦੋਂ ਹੈ ਹੀ ਸਾਰਾ ਕੁਝ ਪਰਮਾਤਮਾ ਦੇ ਹੁਕਮ ਵਿੱਚ ਆ, ਉਹਦੇ ਤੋਂ ਬਿਨਾਂ ਕੋਈ ਕੁਛ ਕਰ ਹੀ ਨਹੀਂ ਸਕਦਾ, ਤੇ ਫਿਰ ਉਸ ਵਾਹਿਗੁਰੂ ਨੂੰ ਸਮਰਪਿਤ ਹੋ ਜਾ, ਗੁਰੂ ਨੂੰ ਸਮਰਪਿਤ ਹੋ ਜਾ। ਤਾਂ ਹੀ ਸਤਿਗੁਰਾਂ ਨੇ ਗੁਰੂ ਨਾਲ ਪਰਮਾਤਮਾ ਨਾਲ ਜੋੜਿਆ, ਵਾਹਿਗੁਰੂ ਅਕਾਲ ਪੁਰਖ ਨਾਲ ਜੋੜਿਆ। ਸਤਿਗੁਰ ਬਚਨ ਕਰ ਰਹੇ, ਸੋਈ ਹੋਵਾ ਜੋ ਤਿਸ ਭਾਣਾ, ਅਵਰ ਨਾ ਕਿ ਨਹੀਂ ਕੀਤਾ। ਜੋ ਉਹਨੂੰ ਭਾਇਆ, ਜੋ ਉਹਦਾ ਹੁਕਮ ਹੈ, ਜੋ ਚਾਹੁੰਦਾ ਉਹੀ ਹੁੰਦਾ, ਉਹੀ ਕਰਦਾ, ਹੋਰ ਕੋਈ ਕੁਛ ਨਹੀਂ ਕਰ ਸਕਦਾ। ਤੁਮਰੈ ਭਾਣੈ ਭਰਮ ਮੋਹ ਮੋਹਿਆ, ਜਾਗਤ ਨਾਹੀ ਸੂਤਾ। ਉਹਦੇ ਹੁਕਮ ਦੇ ਅੰਦਰ ਹੀ ਗੁਰਮੁਖ ਪਿਆਰਿਓ ਸਾਰਾ ਵਰਤਾਰਾ ਵਰਤ ਰਿਹਾ। ਅਸੀਂ ਮੋਹ ਮਾਇਆ ਵਿਦਿਆ ਦੀ ਨੀਂਦ ਵਿੱਚ ਸੁੱਤੇ ਪਏ ਹਾਂ, ਅਗਿਆਨਤਾ ਦੀ ਨੀਂਦ, ਗਿਆਨ ਵਾਲੇ ਪਾਸੇ ਜਿਉਂਦੇ ਜਾਗ ਨਹੀਂ ਰਹੇ। ਤਾਂ ਹੀ ਸਤਿਗੁਰੂ ਕਹਿੰਦੇ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਕਿਹੜੀ ਗਫਲਤਾ ਦੀ ਨੀਂਦ ਸੁੱਤਾ ਹੋਇਆ? ਕਿਆ ਤੂੰ ਸੋਇਆ ਜਾਗ ਇਆਨਾ ਹੋ ਆਨਿਆ, ਉਹ ਬੇਸਮਝਾ ਅਗਿਆਨੀਆਂ। ਕਿਹੜੀ ਅਵਿਦਿਆ ਦੀ ਅਗਿਆਨਤਾ ਦੀ ਨੀਂਦ ਸੁੱਤਾ ਪਿਆ? ਹੋਰ ਤਾਂ ਕੀ ਲੈ ਜਾਏਗਾ ਸੰਸਾਰ ਤੋਂ? ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਜਿਹੜਾ ਸਰੀਰ ਲੈ ਕੇ ਸੰਸਾਰ ਤੇ ਆਇਆ ਸੀ, ਐਂਡ ਨੂੰ ਤੇ ਉਹ ਵੀ ਨਹੀਂ ਨਾਲ ਜਾਣਾ।
ਅਖੀਰ ਨੂੰ ਤੇ ਉਹ ਵੀ ਨਹੀਂ ਜਾਣਾ। ਸੰਗ ਕੀ ਦੇਹ ਨਾ ਸੰਗ ਸਦਾ ਹੈ। ਆਇਆ ਸੰਸਾਰ ਤੇ ਸਰੀਰ ਲੈ ਕੇ, ਦੇਹ ਲੈ ਕੇ, ਪਰ ਜਾਣ ਲੱਗਿਆ ਤੇ ਦੇਹ ਵੀ ਸੰਸਾਰ ਤੇ ਰਹਿ ਗਈ, ਸਰੀਰ ਵੀ ਨਹੀਂ ਨਾਲ ਚੱਲੇ। ਕਿਆ ਤੂੰ ਸੋਇਆ ਜਾਗ ਇਹ ਅੰਨ, ਤੈਂ ਜੀਵਨ ਜਗ ਸੱਚ ਕਰ ਜਾਣਾ। ਇਹਨੂੰ ਸੱਚ ਕਰਕੇ ਜਾਣ ਰਿਹਾ। ਇਹ ਜਗ ਧੂਏ ਕਾ ਪਹਾੜ, ਤੈਂ ਸਾਚਾ ਮਾਨਿਆ ਕਿ ਵਿਚਾਰ। ਇਹ ਤਾਂ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ। ਇਹ ਤਾਂ ਜਿਵੇਂ ਬਾਜੀਗਰ ਬਾਜੀ ਪਾਉਂਦਾ, ਜਾਦੂਗਰ ਇੱਕ ਗੁਥਲੀ ਚੋਂ ਕਈ ਕੁਝ ਕੱਢ ਕੇ ਬਾਹਰ ਰੱਖ ਦਿੰਦਾ, ਵਿਸਥਾਰ ਹੋ ਜਾਂਦਾ, ਮੁੜ ਕੇ ਫਿਰ ਸਾਰਾ ਕੁਝ ਲੈ ਕੇ ਉਸ ਗੁਥਲੀ ਝੋਲੇ 'ਚ ਪਾ ਦਿੰਦਾ। ਸਵਾਂਗ ਉਤਾਰ ਥੰਮਿਓ ਪਸਾਰਾ, ਤਬ ਇੱਕ ਹੈ ਇੱਕ ਓਂਕਾਰ। ਜਿਸ ਵੇਲੇ ਉਹ ਆਪਣਾ ਸਵਾਂਗ ਜਦੋਂ ਆਪਣੀ ਉਹ ਖੇਡ ਨੂੰ ਸਮੇਟਦਾ ਤਾਂ ਉਹੀ ਹੈ ਪਰਮਾਤਮਾ। ਇੱਕੋ ਅਕਾਲ ਪੁਰਖ, ਉਹ ਵਾਹਿਗੁਰੂ, ਦੂਸਰਾ ਕੋਈ ਨਹੀਂ ਹੈ। ਉਹਦੇ ਹੁਕਮ ਦੀ, ਤਾਂ ਹੀ ਸਤਿਗੁਰ ਕਹਿੰਦੇ ਤੂੰ ਸੰਸਾਰ 'ਚ ਨਾ ਉਲਝ, ਉਹਦੇ ਨਾਲ ਜੁੜ ਜਿਹਨੇ ਸਾਰਾ ਕੁਝ ਵਰਤਾਰਾ ਵਰਤਾਇਆ, ਜਿਹਦੇ ਹੁਕਮ 'ਚ ਸੰਸਾਰ ਸਿਰਜਿਆ, ਜਿਹਦੇ ਹੁਕਮ ਵਿੱਚ ਖੇਡਦਾ। ਗਲੇ ਹਮਾਰੇ ਜੇਵਰੀ ਜੈ ਖਿੰਚੈ ਤਾਂ ਜਾਏ। ਜਿਹਦੇ ਹੁਕਮ ਦੀ ਜੇਵੜੀ ਗਲ ਵਿੱਚ ਜਿੱਧਰੋਂ ਖਿੰਚਦਾ ਉਧਰ ਨੂੰ ਜਾ। ਹੁਕਮ ਦੀ ਖੇਡ, ਉਹਦੇ ਹੁਕਮ ਨੂੰ ਸਮਝ, ਉਹਦੇ ਅਕਾਲ ਪੁਰਖ ਨਾਲ ਜੁੜ, ਵਾਹਿਗੁਰੂ ਨਾਲ ਜੁੜ, ਉਸ ਅੱਲਾ ਖੁਦਾ ਨਾਲ ਜੁੜ, ਉਹਦੀਆਂ ਬਣਾਈਆਂ ਖੇਡਾਂ 'ਚ ਨਾ ਉਲਝ। ਇਹ ਜਗ ਧੂਏ ਕਾ ਪਹਾੜ, ਤੈਂ ਸਾਚਾ ਮਾਨਿਆ ਕਿਹੇ। ਤੂੰ ਕੀ ਵਿਚਾਰ ਕੇ, ਕੀ ਨਿਰਣਾ ਕਰਕੇ ਇਹਨੂੰ ਸੱਚਾ ਮੰਨ ਰਿਹਾ। ਜੈਸੇ ਗੋਇਲ ਗੋਇਲੀ ਤੈਸੇ ਸੰਸਾਰਾ, ਕੂੜ ਕਮਾਵੇ ਆਦਮੀ ਬੰਧੇ ਘਰ ਵਾਰਾ। ਕਿਹੜੇ ਕੂੜ ਦੇ ਕਾਰਜਾਂ 'ਚ ਲੱਗਿਆ? ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਵੈਸਣ ਹਾਰ। ਤਾਂ ਹੀ ਅਖੀਰ ਆਖ ਦਿੱਤਾ, ਕਿਸ ਨਾਲ ਕੀਚੈ ਦੋਸਤੀ, ਸਭ ਜਗ ਚੱਲਣ ਹਾਰ। ਕਿਹਦੇ ਨਾਲ ਦੋਸਤੀ ਕਰ ਰਿਹਾ? ਜਿਹੜਾ ਚੱਲਣ ਹਾਰ ਹੈ ਉਹਦੇ ਨਾਲ ਦੋਸਤੀ ਕਰ, ਜਿਹਨੇ ਕਿਤੇ ਜਾਣਾ ਹੀ ਨਹੀਂ ਹੈ। ਤਾਂ ਹੀ ਗੁਰਮੁਖ ਪਿਆਰਿਓ, ਆ ਖਸਮ ਮਰੈ ਤੋ ਨਾਰ ਨਾ ਰੂਵੈ, ਉਸ ਰਖਵਾਰਾ ਔਰ ਉਹ ਹੋਵੈ। ਰਖਵਾਰੇ ਕਾ ਹੋਏ ਵਿਨਾਸ਼, ਆਗੇ ਨਰਕ ਇਹਾਂ ਭੋਗ ਬਿਲਾਸ। ਗੁਰਮੁਖ ਪਿਆਰਿਓ ਖਿਆਲ ਕਰਨਾ, ਦੋ ਚੀਜ਼ਾਂ ਨੂੰ ਸਦਾ ਸੁਹਾਗਣ ਮੰਨਿਆ। ਇੱਕ ਤਾਂ ਮਾਇਆ ਸਦਾ ਸੁਹਾਗਣ ਹੈ, ਇੱਕ ਮਾਲਕ ਮਰਦਾ, ਚਾਰ ਉੱਤੇ ਖੜੇ ਆ ਡਾਂਗਾਂ ਲਈ। ਬਾਪੂ ਚੜ੍ਹਾਈ ਕਰ ਗਿਆ, ਚਾਰ ਪੁੱਤ ਖੜੇ ਆ ਮਾਲਕ ਬਣਨ ਵਾਸਤੇ। ਸਦਾ ਸੁਹਾਗਣ ਮਾਧੋ, ਮਾਇਆ ਦਾ ਪਤੀ ਪਰਮੇਸ਼ਰ, ਕਿਤੇ ਨਹੀਂ ਜਾਣਾ। ਜੀਵ ਰੂਪ ਇਸਤਰੀ ਜਿਹਨੇ ਪਤੀ ਪਰਮੇਸ਼ਰ ਬਣਾ ਲਿਆ, ਉਹ ਵੀ ਸਦਾ ਸੁਹਾਗਣ ਹੈ। ਸਦਾ ਸੁਹਾਗਣ ਹੈ ਉਹ ਜੀਵ ਰੂਪ ਇਸਤਰੀ ਜਿਹਨੇ ਪਤੀ ਪਰਮੇਸ਼ਰ ਬਣਾ ਲਿਆ। ਨਾ ਵਾਹਿਗੁਰੂ ਨੇ ਕਿਤੇ ਜਾਣਾ, ਨਾ ਉਹਨੇ ਵਿਧਵਾ ਹੋਣਾ, ਸਦਾ ਸੁਹਾਗਣ। ਤੇ ਬਾਕੀ ਤਾਂ ਦੁਹਾਗਣ ਗੁਰਮੁਖ ਪਿਆਰਿਓ। ਬਾਕੀ ਜਿੱਥੇ ਅਸੀਂ ਲਾਇਆ ਪਤਾ ਨਹੀਂ ਅੱਜ ਹੈ, ਘੜੀ ਨੂੰ ਹੋਵੇ ਨਾ ਹੋਵੇ। ਤੋ ਸਤਿਗੁਰ ਬਚਨ ਕਰ ਰਹੇ ਆ, ਭਾਈ ਕਿਹੜੇ ਸੰਸਾਰ, ਕਿਹੜੀ ਅਗਿਆਨਤਾ ਵਿਦਿਆ ਚੁਲਝਿਆ ਪਿਆ। ਜੋ ਤਨ ਉਪਜਿਆ ਸੰਗ ਹੀ ਸੋ ਪੀ ਸੰਗ ਨਾ ਹੋਇਆ। ਜਿਹੜਾ ਸਰੀਰ ਲੈ ਕੇ ਸੰਸਾਰ ਤੇ ਆਇਆ ਸੀ, ਨਾਲ ਤੇ ਉਸਨੇ ਵੀ ਨਹੀਂ ਜਾਣਾ। ਸੰਗ ਕੀ ਦੇਹ ਨਾ ਸੰਗ ਸਦਾ। ਕਿਹੜੇ ਕਾਰਜਾਂ 'ਚ ਉਲਝਿਆ? ਧਰਮ ਕਰਮ ਕਰ, ਵਾਹਿਗੁਰੂ ਦੇ ਹੁਕਮ ਨੂੰ ਸਮਝ, ਉਹਦੇ ਹੁਕਮ ਵਿੱਚ ਆ, ਉਹਦੇ ਭਾਣੇ ਵਿੱਚ ਆ, ਉਹਦੇ ਹੁਕਮ ਦੇ ਨਾਲ ਜੁੜ ਤੇ ਜੀਵਨ ਸਫਲਾ ਕਰ। ਕਿਉਂਕਿ ਉਹਦੇ ਹੁਕਮ ਦੇ ਅੰਦਰ ਹੈ। ਜੇ ਤੁਸੀਂ ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਪਿਆ, ਅਵਿਦਿਆ ਦੇ ਵਿੱਚ ਸੁੱਤਾ ਪਿਆ, ਕਾਮ ਕਰੋ ਲੋ ਮੋਹ ਹੰਕਾਰ ਚੁਲਝਿਆ ਪਿਆ, ਫਿਰ ਜੀਵਨ ਤੇਰਾ ਵਿਅਰਥ ਚਲਾ ਜਾਵੇਗਾ, ਬਰਬਾਦ ਹੋ ਜਾਵੇ। ਫਿਰ 84 ਦਾ ਚੱਕਰ ਅੱਗੇ ਪਿਆ। ਤੂੰ ਇਸ ਮਨੁੱਖਾ ਜਨਮ ਕਰੋ ਬੇਨੰਤੀ, ਸੁਣੋ ਮੇਰੇ ਮੀਤਾ ਸੰਤ, ਟਹਿਲ ਕੀ ਬੇਲਾ, ਇਹਾਂ ਖਾੜ ਚਲੋ ਹਰ ਲਾਹਾ, ਆਗੇ ਬਸਣ ਸੁਹੇਲਾ। ਬਿਨੋ ਸੁਣੋ ਤੁਮ ਪ੍ਰਾਨ ਪਤ ਪਿਆਰੇ, ਕਿਰਪਾ ਨਿਧ ਦਇਆਲਾ। ਅਰਦਾਸ ਕਰ ਉਸ ਵਾਹਿਗੁਰੂ ਦੇ ਅੱਗੇ ਕਿ ਹੇ ਪ੍ਰਮਾਤਮਾ, ਮੇਰੀ ਬਿਨੋ ਸੁਣੋ ਤੁਮ ਪ੍ਰਾਨ ਪਤ। ਹੇ ਮੇਰੇ ਪ੍ਰਾਨਾਂ ਦੇ ਪਤੀ, ਪ੍ਰਾਨਾਂ ਦੇ ਪਿਆਰੇ, ਹੇ ਮੇਰੇ ਮਾਲਕ, ਹੇ ਮੇਰੇ ਖਾਸਮ, ਮੇਰੀ ਬਿਨੋ ਸੁਣੋ, ਬੇਨਤੀ ਸੁਣੋ। ਕਿਰਪਾ ਨਿਧ, ਕਿਰਪਾ ਦੇ ਭੰਡਾਰ, ਕਿਰਪਾ ਦੇ ਖਜ਼ਾਨੇ, ਦਇਆਲਾ, ਦਇਆ ਦੇ ਭੰਡਾਰ, ਦਇਆ ਦੇ ਆਲ, ਦਇਆ ਦੇ ਘਰ। ਇਹ ਵਾਹਿਗੁਰੂ ਅਕਾਲ ਪੁਰਖ ਮੇਰੀ ਫਰਿਆਦ ਸੁਣੋ, ਮੇਰੀ ਬੇਨਤੀ ਸੁਣੋ।
राख लिहो पिता प्रभ मेरे, अनाथ है कर प्रतिपाला। मैं अनाथ हाँ, मेरे ते कृपा करो। मेरे बापू जी, मेरे पिता जी, मेरे मालिक जी, तू मेरा पिता, तू है मेरा माता, तू मेरा बंधव, तू मेरा भराता, मेरे ते कृपा करो। राख लिहो पिता प्रभ मेरे, अनाथ है कर प्रतिपाला। मेरे अनाथ दी प्रतिपालना कर। परवदगार, प्रतिपालक तुम दाते ठाकुर, प्रतिपालक नायक खसम हमारे। निमख निमख तुम ही प्रतिपालो, हम बारक तुमरे तार। करो कृपा अनाथ दे उपर। हे मेरे माता पिता, तेरे तो बिना मैं अनाथ हाँ। जे तू नहीं है तो अनाथ हाँ। जे तू मेरा बन जावे, तू मेरे ते कृपा कर दे, मैं ते तेरा हाँ। जे ये अवस्था बन जावे गुरमुख प्यारियो, फिर वो अनाथ नहीं हो। परमात्मा कृपा राख लिहो पिता प्रभ मेरे, नाथ है कर प्रतिपाल। जिसनो तुम्हें दिखायो दर्शन, साध संगत कै पाशा। जिहदे ते कृपा कीती है तू, अपनी रहमत कीती, साध संगत बख्श दिती, ते साध संगत दे पिछे अपने दर्शन बख्श। साध संगत विच, क्योंकि गुरमुख प्यारियो कलयुग दे अंदर ते सब तो वड्डा जिहड़ा मार्ग आ साध संगत दा, सत संगत दा। गुरु दी संगत करनी, सच दी संगत करनी, यही सब तो वड्डा रस्ता। अकला बंदा बंदगी करदा भी कई बारी हौमे दा शिकार हो जांदा कि मेरे वर्गा बंदगी करन वाला कोई नहीं, नितनेमी कोई नहीं। पर जदों संगत विच आके बैठदा ते गुरमुख प्यारिओ सारे हौमे हंकार दूर हो जांदे। तेरे तो वध बंदगी करन वाले, तेरे तो वध सेवा सिमरन पुन दान करन वाले, तेरे तो वध दसवंध कढ़न वाले बैठे, फिर हौमे हंकार दूर हो जाता। साध संगत विच आके निमरता आउंदी है। तां ही सतगुरां ने सत संगत दी, तां ही असीं गुरु दे द्वारे ते चल के आउणा। गुरु दे द्वारे ते आके गुरु दे दर्शन ते संगत विच बैठना, क्योंकि संगत तो बिना सतगुरां कह दिता साध संगत बिन तरियो ना कोई। फैसला ही दे दिता महाराज कहंदे दुनिया ते जो असीं खोजिया, जो असीं विचारिया, मतां मतांतरां नूं धर्मां नूं खोजत खोजत सुणी इहो सोए। संसार नूं खोजिया, मतां मतांतरां धर्म ग्रंथां नूं खोजिया, ते जिहड़ी विचार चर्चा कणसो साडे कन्नां 'च पई आ वो यही आ। जो रिजल्ट निकलिया, जो निचोड़ निकलिया कि साध संगत बिन तरियो ना कोई। सत संगत तो बिना कोई नहीं तरिया संसार। साध संगत करके, साध संगत करके ही गणका दा उधार हो गया। गणका पापन होए कै पापां दा गल हार परोता। महापुरख अचानक चक गणका वाड़े आए खरोता। एक महापुरख साधु दा मिलाप हो गया, सत संगत हो गई, ते सत संगत दे नाल गुरमुख प्यारिओ उधार हो गया। अजामल पापी जग जाना, निमख माहे निस्तारा। ते सतगुरु सच्चे पातशाह महाराज बचन कर रहे हैं, जिसनो तुम्हें दिखायो दर्शन, साध संगत कै पाछै। कर कृपा धूर देहो संतन की, सुख नानक एहु बांछै। नानक नाम दी मोहर लगा के पावन शब्द की समाप्ति ते गुरु अर्जन देव महाराज बख्शिश कर रहे हैं। भाई उस वाहिगुरु अगे अरदास करते, मैं भी अरदास करदा सच्चे पातशाह करो कृपा, कर कृपा धूर देहो संतन की। साधुआं दी धूर गुरसिखां प्यारिआं दी, जिहड़े साधु है, साध नाम निर्मलता के कर्म, जिहदा वेखना निर्मल, सुनना निर्मल, बोलना निर्मल, करना निर्मल। साधु किसी लिबास का नां नहीं, साधु किसी वड्डे डेरे का नां नहीं, किसी वड्डे अडंबर का नां नहीं है। साधु कौन? साध नाम निर्मलता के कर्म। जिन्हां साधुआं दी महिमा गुरु ग्रंथ साहिब की बाणी च हर थां दे उत्ते लिखी है, हर पेज, हर पन्ने दे उपर, हर अंग दे उपर। जिस साधु की महिमा सुखमणी साहब दे अंदर जिन्हां दी महिमा गुरमुख प्यारिओ, जिहड़े साधु संत हो, उन्हां दे चरनां दी धूड़ कि सच्चे पातशाह महाराज करो कृपा, कर कृपा धूर देहो संतन की, मेरे ते रहमत करो। आस गुरमुख प्यारिओ दात मंगी है सतगुर दे कोलों कि चरनां दी धूड़, चरण साध की धोए धोए पीओ, अर्प साध को अपना जियो। साध की धूर करो इशनान, साध ऊपर जाइए परवान।
ਕੁਰਬਾਨ। ਗੁਰਮੁਖ ਪਿਆਰਿਓ ਬਚਨ ਸਤਿਗੁਰ ਦੇ, ਇਹ ਨਹੀਂ ਹੈ ਕਿ ਪੈਰਾਂ 'ਚੋਂ ਧੂੜ ਚੱਕ ਕੇ ਤੇ ਗੁਰਮੁਖ ਪਿਆਰਿਓ ਸਿਰ 'ਚ ਪਾ ਲੈਣ ਕਿ ਮਿੱਟੀ ਚੱਕ ਚੱਕ ਕੇ, ਨਹੀਂ, ਚਰਨ ਧੂੜ ਦੀ ਵੀ ਮਹਾਨਤਾ। ਗੁਰੂ ਦੇ ਦੁਆਰੇ ਆਉਂਦੇ ਆ, ਸੰਗਤਾਂ ਦੀ ਚਰਨ ਧੂੜ ਲੈ ਕੇ ਮਸਤਕ ਨਾਲ ਲਾਉਂਦੇ ਆ, ਮਹਾਨਤਾ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਉਹਨਾਂ ਦੇ ਪੈਰਾਂ 'ਤੇ ਪਾਣੀ ਪਾ, ਉਹਦੇ ਨਾਲ ਹੀ ਇਸ਼ਨਾਨ। ਜਿਹੜਾ ਆਪ ਇਸ ਤਰ੍ਹਾਂ ਦੇ ਰਸਤੇ ਅੱਜ ਕੱਲ੍ਹ ਬਹੁਤ ਕੁਛ ਐਸਾ ਵਰਤਾਰਾ ਵੀ ਵਰਤਦਾ ਦੇਖਦੇ ਹਾਂ ਗੁਰਮੁਖ ਪਿਆਰਿਓ ਆਪਾਂ, ਕਿਉਂਕਿ ਪਖੰਡਵਾਦ ਵੀ ਬਹੁਤ ਹੈ। ਪਰ ਇਹ ਨਹੀਂ ਹੈ ਕਿ ਇਸ ਪਖੰਡਵਾਦ ਦੇ ਕਰਕੇ ਅਸੀਂ ਅਸਲੀਅਤ ਨੂੰ ਪਾਸੇ ਰੱਖ ਦਈਏ, ਸਾਧੂ ਵੀ ਬਹੁਤ ਹੈ।